ਆਪ ਜੀ ਦਾ ਸਵਾਗਤ ਹੈ ਸਪੈਸ਼ਲ ਪ੍ਰੋਗਰਾਮ ਵਿੱਚ ਸਪੈਸ਼ਲ ਗੈਸਟ ਦੇ ਨਾਲ। ਮੈਂ ਧਰਮਚੰਦ ਮਹੇ ਹਰ ਹਫ਼ਤੇ ਤੁਹਾਡੇ ਨਾਲ ਕੋਈ ਨਾ ਕੋਈ ਨਵਾਂ ਫਨਕਾਰ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। ਫਨਕਾਰ ਵਿੱਚ ਕੀ ਫਨ ਹੈ, ਇਹ ਇੱਕ ਵੱਖਰਾਪਨ ਹੁੰਦਾ ਹੈ ਹਰ ਪ੍ਰੋਗਰਾਮ ਦੇ ਵਿੱਚ। ਅਸੀਂ ਤੁਹਾਡੇ ਸਾਹਮਣੇ ਸੰਗੀਤਕਾਰ ਵੀ ਪੇਸ਼ ਕਰਦੇ ਹਾਂ, ਗੀਤਕਾਰ ਵੀ ਪੇਸ਼ ਕਰਦੇ ਹਾਂ, ਔਰ ਜਿਹੜੇ ਗਾਇਕ ਹਨ ਉਹ ਵੀ ਪੇਸ਼ ਕਰਦੇ ਹਾਂ। ਅੱਜ ਤੁਹਾਡੇ ਨਾਲ ਆਪਾਂ ਇੱਕ ਇਹੋ ਜਿਹਾ ਸਪੈਸ਼ਲ ਗੈਸਟ ਆਪਾਂ ਪੇਸ਼ ਕਰ ਰਹੇ ਹਾਂ ਜਿਹੜਾ ਕਿ ਆਪਣੇ ਪੂਰੇ ਸਮਾਜ ਵਿੱਚ ਬਹੁਤ ਜਾਣਿਆ ਪਛਾਣਿਆ ਹੈ। ਉਹਨਾਂ ਦੀ ਪਛਾਣ ਸਮਾਜ ਸੇਵਕ ਦੇ ਤੌਰ 'ਤੇ ਵੀ ਹੈ, ਉਹਨਾਂ ਦੀ ਪਹਿਚਾਣ ਸਮਾਜਿਕ ਸੁਧਾਰਕ ਤੌਰ 'ਤੇ ਵੀ ਹੈ, ਉਹਨਾਂ ਦੀ ਜਾਣ ਪਹਿਚਾਣ ਗੀਤ ਲਿਖਣ ਵਿੱਚ ਜਾਂ ਕਵਿਤਾ ਲਿਖਣ ਵਿੱਚ ਜਾਂ ਗਜ਼ਲ ਲਿਖਣ ਵਿੱਚ ਜਾਂ ਸ਼ਾਇਰੀ ਦੇ ਸਨਮੁਖ ਵੀ ਬਹੁਤ ਕੁਛ ਨਹੀਂ ਲਿਖਿਆ ਅਤੇ ਉਹ ਬਹੁਤ ਸਾਰੀਆਂ ਸਿਫਤਾਂ ਦੇ ਮਾਲਕ ਹਨ। ਔਰ ਪਹਿਲਾਂ ਵੀ ਉਹ ਸਾਡਾ ਜਿਹੜਾ ਪ੍ਰੋਗਰਾਮ ਫਰਾਈਡੇ ਆਉਂਦਾ ਸਾਂਝੀਆਂ ਵਿਚਾਰਾਂ ਵਿੱਚ ਉਹ ਸ਼ਿਰਕਤ ਕਰ ਚੁੱਕੇ ਹਨ। ਪਰ ਅੱਜ ਆਪਾਂ ਤੁਹਾਨੂੰ ਵੀ ਕਨਫਿਊਜ਼ ਨਹੀਂ ਕਰਨਾ ਔਰ ਮੈਂ ਵੀ ਆਪ ਕਨਫਿਊਜ਼ ਨਹੀਂ ਹੋਣਾ। ਅੱਜ ਆਪਾਂ ਨਰੋਲ ਗੱਲਬਾਤ ਕਰਨੀ ਹੈ ਲਿਖਣ ਦੇ ਬਾਰੇ 'ਚ। ਕਵਿਤਾ ਕੀ ਹੈ, ਸ਼ਾਇਰੀ ਕੀ ਹੈ, ਗੀਤਕਾਰੀ ਕੀ ਹੈ, ਗਜ਼ਲ ਕੀ ਹੈ ਅਤੇ ਸ਼ੌਕ ਕਿੱਦਾਂ ਪੈਦਾ ਹੋਇਆ। ਕਿਉਂਕਿ ਤੁਸੀਂ ਸਾਰੇ ਜਾਣਦੇ ਹਾਂ ਕਿ ਕਵੀਆਂ ਦੀ ਜਿਹੜੀ ਜ਼ਿੰਦਗੀ ਹੈ ਬੜੀ ਮਸਰੂਫ ਹੁੰਦੀ ਆ ਔਰ ਮੁਸ਼ਕਿਲ ਭਰੀ ਵੀ ਹੁੰਦੀ ਹੈ। ਅੱਜ ਜਿਹੜੀ ਸ਼ਖਸੀਅਤ ਦਾ ਆਪਾਂ ਮਿਲਾਪ ਕਰ ਰਹੇ ਹਾਂ ਤੁਹਾਡੇ ਨਾਲ ਉਹ ਹਨ ਨਿਰਮਲ ਸਿੰਘ ਸੰਘਾ ਜੀ। ਸੰਘਾ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਾਂਸ਼ੀ TV 'ਤੇ। ਥੈਂਕ ਯੂ ਵੈਰੀ ਮੱਚ ਮਹੇਸ਼ ਜੀ। ਕਾਂਸ਼ੀ TV ਦੇ ਸਾਰੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ, ਤੁਸੀਂ ਕਾਂਸ਼ੀ TV ਦੇ ਮੈਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ਥੈਂਕ ਯੂ। ਸੰਘਾ ਸਾਹਿਬ, ਤੁਸੀਂ ਬਹੁਤ ਅਣਗਿਣਤ ਸਿਫਤਾਂ ਦੇ ਮਾਲਕ ਹੋ। ਕਈ ਵਾਰੀ ਇਹ ਸਾਨੂੰ ਯਾਦ ਭੁੱਲ ਜਾਂਦਾ ਵੀ ਕਿਹੜੀ ਗੱਲ ਕੋਈ ਰਹਿ ਨਾ ਜਾਵੇ। ਪਰ ਮੈਂ ਅੱਜ ਜਿਹੜਾ ਆਪਣਾ ਵਿਸ਼ਾ ਅੱਜ ਦਾ ਹੈ, ਜੇ ਸਪੈਸ਼ਲ ਗੈਸਟ ਜਿਹੜਾ ਪ੍ਰੋਗਰਾਮ ਰੱਖਿਆ ਹੈ, ਇਹਦੇ ਵਿੱਚ ਜਿਹੜੀ ਤੁਹਾਡੀ ਸਪੈਸ਼ਲੀਅਤ ਹੁੰਦੀ ਜਿਹਦੇ ਕਰਕੇ ਤੁਹਾਨੂੰ ਸੱਦਿਆ ਗਿਆ ਉਹ 'ਤੇ ਆਪਾਂ ਜ਼ਿਆਦਾ ਗੱਲਬਾਤ ਵੀ ਕਰਨੀ ਆ, ਉਹ ਤੁਹਾਡਾ ਫਨ ਵੀ ਆਪਾਂ ਸੁਣਨਾ। ਅਤੇ ਸਭ ਤੋਂ ਪਹਿਲਾਂ ਜਿਹੜੀ ਕਵਿਤਾ ਆ, ਇਹ ਬੜਾ ਮੁਸ਼ਕਿਲ ਵਿਸ਼ਾ ਗੱਲ ਕਰਨ ਵਾਸਤੇ ਵੀ, ਲਿਖਣ ਵਾਸਤੇ ਵੀ ਔਰ ਬੋਲਣ ਵਾਸਤੇ ਵੀ। ਤੁਹਾਡਾ ਸ਼ੌਕ ਕਿੱਦਾਂ ਇੱਧਰ ਨੂੰ ਹੋਇਆ ਕਵਿਤਾ ਵੱਲ? ਪਹਿਲੇ ਤੋਂ ਸ਼ੁਰੂ ਕਰਦੇ ਗੱਲ ਆਪਾਂ। ਫਿਰ ਜੀ ਇਹ ਸ਼ੌਂਕ ਇੱਦਾਂ ਕਹਿ ਲਈਏ ਵੀ ਬਚਪਨ ਤੋਂ ਹੀ ਸਾਡੇ ਘਰ ਮਾਹੌਲ ਇੱਦਾਂ ਦਾ ਸੀ ਵੀ ਸਾਡੇ ਜਿਹੜੇ ਪੇਰੈਂਟਸ ਸੀਗੇ ਉਹ ਕਿੱਸਾ ਕਾਵਿ ਦੇ ਬਹੁਤ ਸ਼ੌਕੀਨ ਸੀਗੇ। ਠੀਕ। ਸਾਡੇ ਘਰ ਹੀਰ ਵਾਰਿਸ ਸ਼ਾਹ, ਜ਼ਿੰਦਗੀ ਵਿਲਾਸ, ਨਸੀਹਤ ਵਿਲਾਸ ਵਰਗੇ ਕਿਸੇ ਜਿਲਦਾਂ ਬੰਨ੍ਹ ਕੇ ਅਲਮਾਰੀ ਵਿੱਚ ਰੱਖੇ ਹੁੰਦੇ ਸੀ ਜਦ ਅਸੀਂ ਛੋਟੇ ਹੁੰਦੇ ਸੀ। ਅਤੇ ਦੂਸਰੀ ਗੱਲ, ਸਾਡੇ ਘਰ ਦਾ ਮਾਹੌਲ ਜਿਹੜਾ ਰਾਗ ਰਤਨ ਦੇ ਵਿੱਚ ਜਿੰਨੇ ਪੰਜਾਬ ਵਿੱਚ ਢਾਡੀ ਕਲਾ ਹੈ, ਕਵੀਸ਼ਰ ਕਲਾ ਹੈ, ਕੈਂਗਲ ਗੋਜਿਆਂ ਦੇ ਨਾਲ ਖਾੜੇ ਲੱਗਦੇ ਹੁੰਦੇ ਸੀ ਛਿੰਝਾਂ ਦੇ ਵਿੱਚ, ਮੇਲਿਆਂ ਦੇ ਵਿੱਚ। ਕਿਉਂਕਿ ਆਪਾਂ ਮੇਰਾ ਖਿਆਲ ਦੋਨੋਂ ਹੀ ਮੰਜਕੀ ਦੇ ਵਿੱਚੋਂ ਹੀ ਆਏ ਹਾਂ। ਮੰਜਕੀ ਦੇ ਆਲੇ ਦੁਆਲੇ ਜਿਹੜੇ ਸਾਡੇ ਲਾਗੇ ਸ੍ਰੀ ਸ਼ੰਕਰ, ਨੂਰ ਮਹਿਲ, ਇਹਨਾਂ ਦੀਆਂ ਛਿੰਝਾਂ ਦੇ ਵਿੱਚ ਜਦੋਂ ਖਾੜੇ ਲੱਗਣੇ ਅਤੇ ਉਹ ਜਿਹੜੇ ਰਾਗੀ ਹੁੰਦੇ ਸੀ, ਉਹ ਸਾਡਾ ਘਰ ਦਾ ਇੱਕ ਸ਼ੌਂਕ ਸੀ ਵੀ ਉੱਥੋਂ ਗਾ ਕੇ ਸਾਡੇ ਘਰ ਆਉਂਦੇ ਹੁੰਦੇ ਸੀ। ਅਤੇ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਘਰ ਦੇ ਵਿੱਚ ਨਿੱਕੇ ਹੁੰਦੇ ਦੇਖਦੇ ਰਹੇ ਸੀਗੇ। ਕਿੱਸੇ ਪੜ੍ਹਨਾ, ਸਾਡੇ ਪਿੰਡ ਦੇ ਲੋਕਾਂ ਨੂੰ ਵੀ ਕਾਫੀ ਸ਼ੌਂਕ ਹੈਗਾ ਰਾਗ ਰਤਨ ਸੁਣਨ ਦਾ, ਉਹ ਅੱਜ ਤੱਕ ਬਰਕਰਾਰ ਆ। ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਵੀ ਅੱਜ ਤੱਕ ਵੀ ਉਹਨਾਂ ਨੂੰ ਮੁੜ ਕੇ ਮਤਲਬ ਉਹਨਾਂ ਖਾੜਿਆਂ ਨੂੰ ਉਜਾਗਰ ਰੱਖੀਏ। ਸੋ ਇਸ ਮਾਹੌਲ ਦੇ ਵਿੱਚੋਂ ਉੱਠ ਕੇ ਮੈਂ ਇੰਗਲੈਂਡ ਵਿੱਚ ਆਇਆ ਸੀ। 14 ਸਾਲ ਦੀ ਉਮਰ ਸੀ ਉਦੋਂ, 7ਵੀਂ ਦੇ ਵਿੱਚੋਂ ਹਟ ਕੇ ਆ ਗਿਆ ਸੀਗਾ। ਅਤੇ ਪਰ ਉਹ ਜਿਹੜੀਆਂ ਚੀਜ਼ਾਂ ਉੱਥੇ ਦੇਖੀਆਂ ਸੀ ਉਹ ਸਦਾ ਨਾਲ ਚੱਲਦੀਆਂ ਸੀ। ਇੱਥੇ ਆਣ ਕੇ ਸਾਹਿਤ ਪੜ੍ਹਨ ਵੱਲ ਰੁਚੀ ਥੋੜ੍ਹੀ ਜਿਹੀ ਹੋ ਗਈ ਅਤੇ ਸਾਹਿਤ ਮੈਂ ਸਮਝਦਾ ਤੁਹਾਡੀ ਜ਼ਿੰਦਗੀ ਬਦਲ ਹੀ ਦਿੰਦਾ ਆ। ਬਿਲਕੁਲ। ਅਤੇ ਜਿੱਦਾਂ ਜਿੱਦਾਂ ਮੈਂ ਸਾਹਿਤ ਪੜ੍ਹਦਾ ਗਿਆ, ਕਿੱਸਾ ਕਾਵਿ ਦਾ ਸ਼ੌਂਕ ਸੀ, ਰਾਗੀਆਂ ਢਾਡੀਆਂ ਨੂੰ ਸੁਣਨ ਦਾ ਸ਼ੌਂਕ ਸੀ, ਇੱਥੇ ਵੀ ਬਰਕਰਾਰ ਰੱਖਿਆ। ਉਹਦੇ ਵਿੱਚੋਂ ਹੀ ਇਹ ਕਵਿਤਾ ਲਿਖਣ ਦਾ ਥੋੜ੍ਹਾ ਥੋੜ੍ਹਾ ਸ਼ੌਂਕ ਜਾਗ ਪਿਆ ਸੀ। ਵਾਹ ਜੀ, ਕਿਆ ਬਾਤ ਆ। ਸੰਘਾ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਜਿਹੜੀ ਸ਼ੁਰੂਆਤ ਦੱਸ ਕੇ ਇੱਕ ਇੱਦਾਂ ਦਾ ਮਾਹੌਲ ਬਣ ਦਿੱਤਾ ਕਿ ਮੈਨੂੰ ਯਕੀਨ ਆ ਕਿ ਜਿਹੜੇ ਸਰੋਤੇ ਹਨ ਉਹ ਬਹੁਤ ਚਾਹਵਾਨ ਹੋਣਗੇ ਕਿ ਵੀ
ਇਹ ਪਰਖਿਆ ਜਾਵੇ, ਦੇਖਿਆ ਜਾਵੇ ਵੀ ਕਿਹੋ ਜਿਹੀ ਸ਼ਾਇਰੀ ਉਹਨਾਂ ਨੂੰ ਪਸੰਦ ਆ, ਕਿਹੋ ਜਿਹਾ ਲਿਖਦੇ ਆ। ਆਪਾਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ। ਤੁਹਾਡੇ ਕੋਈ ਵੀ ਮਨਪਸੰਦ ਕਵਿਤਾ ਤੁਸੀਂ ਸੁਣਾਉਣੀ ਚਾਹੋ ਤਾਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਕਵਿਤਾ ਦਾ ਇੱਕ ਵੈਸੇ ਜਿੱਦਾਂ ਮੈਂ ਤੁਹਾਨੂੰ ਮਹੇਸ਼ ਜੀ ਦੱਸਿਆ ਵੀ ਮੈਂ ਕਿੱਸਾ ਕਵਿਤਾ ਤੋਂ ਸ਼ੁਰੂ ਕੀਤਾ ਸੀਗਾ। ਹਾਂਜੀ। ਤੇ ਮੈਂ ਕਵਿਤ, ਕੋਰੜੇ, ਬੈਂਤ, ਸਵਈਏ ਜਿਹੜੇ ਸਾਡੇ ਪੁਰਾਣੇ ਤਰਜਾਂ ਸੀ ਕਹਿ ਲਓ। ਹਾਂਜੀ ਹਾਂਜੀ ਹਾਂਜੀ। ਮੈਂ ਉਹਨਾਂ 'ਚ ਲਿਖਣਾ ਬੜਾ ਪਸੰਦ ਕੀਤਾ। ਠੀਕ ਹੈ। ਜਿੱਦਾਂ ਜਦੋਂ ਸਾਹਿਤ ਪੜ੍ਹਨਾ ਸ਼ੁਰੂ ਕੀਤਾ, ਕਵਿਤ ਬਾਰੇ ਜਦੋਂ ਮੈਂ ਜਾਣਨਾ ਥੋੜ੍ਹਾ ਜਿਹਾ ਸ਼ੁਰੂ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਵਿਤ ਪਹਿਲਾਂ ਆਉਂਦੇ ਆ। ਠੀਕ ਹੈ। ਕੋਈ ਭੈਓ ਮੁੰਡਿਆ ਸੰਨਿਆਸੀ, ਕੋਈ ਜੋਗੀ ਭੈਓ, ਕੋਈ ਬ੍ਰਹਮਚਾਰੀ, ਕੋਈ ਜਤੀ ਅਨਵਾਨਬੋ, ਹਿੰਦੂ ਤੁਰਕ, ਕੋਈ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਏਕ ਪਹਿਚਾਨ ਬੋ। ਇਹ ਕਵਿਤ ਤਰਜ ਹੈ। ਹਾਂਜੀ ਹਾਂਜੀ। ਤੇ ਕੋਰੜਾ ਛੰਦ ਧਨੀ ਰਾਮ ਚਾਤਰਕ ਦਾ ਕਿਹਨੂੰ ਨਹੀਂ ਭੁੱਲਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਉਹ ਕੋਰੜਾ ਛੰਦ ਹੈ। ਮੈਂ ਇਹਨਾਂ ਤਰਜਾਂ ਦੇ ਉੱਤੇ ਲਿਖਣਾ ਪਸੰਦ ਕੀਤਾ ਔਰ ਮੈਂ ਉਹ ਕਿੱਸਾ ਕਵਿਤਾ ਹੀ ਕਵਿਤਾ ਲਿਖਣੀ ਸ਼ੁਰੂ ਕੀਤੀ। ਪਰ ਨਾਲ ਦੀ ਨਾਲ ਕਵਿਤਾਵਾਂ ਲਿਖਣੀਆਂ ਜਦੋਂ ਸ਼ੁਰੂ ਕੀਤੀਆਂ, ਪਹਿਲੀ ਮੇਰੀ ਕਵਿਤਾ ਮੈਨੂੰ ਹੁਣ ਚੇਤਾ ਨਹੀਂ, ਉਹ ਪੰਜਾਬ ਟਾਈਮ ਵਿੱਚ ਛਪੀ ਸੀਗੀ। ਇਹ ਉਦੋਂ ਮੈਂ 22 ਸਾਲ ਦਾ ਸੀਗਾ ਜਦੋਂ। ਅੱਛਾ, ਪੰਜਾਬ ਟਾਈਮਸ ਉਹ ਜਿਹੜਾ ਗੁਰਨਾਮ ਸਾਨੀ, ਇਹ ਮੈਨੂੰ ਹੁਣ ਚੇਤਾ ਨਹੀਂ। ਦੋ ਪੇਪਰ ਹੀ ਉਦੋਂ ਨਿਕਲਦੇ ਹੁੰਦੇ, ਇੱਕ ਦੇਸ਼ ਪ੍ਰਦੇਸ਼, ਇੱਕ ਪੰਜਾਬ ਟਾਈਮਸ ਸੰਸਥਾ ਤੋਂ ਨਿਕਲਦਾ ਸੀਗਾ ਇੱਦਾਂ ਦਾ ਕੋਈ। ਹਾਂ। ਤੇ ਹਰ ਕਵਿਤਾ ਜਿਹੜੀ ਆ ਉਹ ਕਿਸੇ ਨਾ ਕਿਸੇ ਵਿਸ਼ੇ ਚੋਂ ਨਿਕਲਦੀ ਆ। ਬਿਲਕੁਲ ਬਿਲਕੁਲ। ਇਹ ਕਵਿਤਾ ਮੇਰਾ ਇੱਕ ਦੋਸਤ ਸੀਗਾ, ਅਸੀਂ ਇਕੱਠੇ ਵਿਆਹ ਕਰਾ ਕੇ ਪਿੰਡੋਂ ਜਦੋਂ ਮੁੜੇ ਆ ਉਦੋਂ ਉਹਦੀ ਉਹ ਪਹਿਲੋਂ ਆ ਗਿਆ, ਮੈਂ ਮਗਰੋਂ ਆਇਆ। ਉਹਦੀ ਮਿਸਿਸ ਨੇ ਕੁਛ ਗੱਲਾਂ ਮੇਰੇ ਨਾਲ ਕੀਤੀਆਂ ਸੀਗੀਆਂ, ਮੈਨੂੰ ਇੱਦਾਂ ਲੱਗਾ ਵੀ ਇਹ ਕਵਿਤਾ ਮੈਂ ਉਹਦੇ ਉੱਤੇ ਲਿਖੀ ਸੀਗੀ। ਜਾਣੀ ਉਹ ਇੱਥੇ ਬਲੈਤ ਵਿੱਚ ਅਸੀਂ ਰਹਿੰਦੇ ਹਾਂ ਤੇ ਉਹ ਇੱਕ ਆਪਣਾ ਮੈਸੇਜ ਆ ਦਿੰਦੀ ਹੈਗੀ ਆ। ਉਹ ਸੀਗੀ, ਹੱਸਣੇ ਦੇ ਦਿਨ ਰੋਣਾ ਪੈ ਗਿਆ ਏ ਪੱਲੇ, ਬੱਲੇ ਨੀ ਬਲੈਤੇ ਤੇਰੇ ਬੱਲੇ ਬੱਲੇ, ਇੱਕ ਹੋਏ ਦਿਲ ਨੀ ਤਾਂ ਕੀਤੇ ਕੱਲੇ ਕੱਲੇ, ਬੱਲੇ ਨੀ ਬਲੈਤੇ ਤੇਰੇ ਬੱਲੇ ਬੱਲੇ, ਬਾਵਲੇ ਦੇ ਵਿਹੜੇ ਵਿੱਚ ਲੁੱਟੀਆਂ ਬਹਾਰਾਂ, ਭੇਜਿਆ ਤੇ ਮਾਹੀ ਤੇਰੇ ਸ਼ੁਕਰ ਗੁਜ਼ਾਰਾਂ, ਪਤਾ ਕੀ ਸੀ ਦੁੱਖ ਮੈਨੂੰ ਪੈਣੇ ਨੇ ਕਵੱਲੇ, ਬੱਲੇ ਨੀ ਬਲੈਤੇ ਤੇਰੇ ਬੱਲੇ ਬੱਲੇ, ਪੱਲੜੇ ਮੈਂ ਲੱਗੀ ਤੇਰੇ ਭੇਜੇ ਹੋਏ ਢੋਲ ਦੇ, ਨੈਣਾ ਨਾਲ ਨੈਣ ਮਿਲੇ ਬੋਲ ਨਾਲ ਬੋਲਦੇ, ਪੈ ਗਿਆ ਪਿਆਰ ਵੱਟ ਗਏ ਛਾਪਾਂ ਛੱਲੇ, ਬੱਲੇ ਨੀ ਬਲੈਤੇ ਤੇਰੇ ਬੱਲੇ ਬੱਲੇ, ਪਿਆਰ ਵਾਲੇ ਦੁੱਖ ਡਾਢੇ ਦਿਲ ਨਹੀਂ ਸੀ ਜਾਣਦਾ, ਪਤਾ ਲੱਗਾ ਹੁਣ ਮਾਹੀ ਵਿਛੜਿਆ ਹਾਣ ਦਾ, ਕਿਹਨੂੰ ਪੁੱਛਾਂ ਲੈ ਗਈ ਤੂੰ ਉਡਾ ਕੇ ਕਿਹੜੀ ਵੱਲੇ, ਵੱਲੇ ਨੀ ਬਲੈਤੇ ਤੇਰੇ ਬੱਲੇ ਬੱਲੇ, ਛੇਤੀ ਹੀ ਮਿਲਾਂਗੇ ਮੈਨੂੰ ਜਾਣ ਲੱਗਾ ਕਹਿੰਦਾ ਸੀ, ਹੰਝੂਆਂ ਦਾ ਹੜ ਮੇਰੀ ਅੱਖੀਆਂ ਚੋਂ ਵਹਿੰਦਾ ਸੀ, ਪਤਾ ਨਹੀਂ ਸੀ ਹੰਝੂ ਇੰਨੇ ਵਿਕਣੇ ਸਵੱਲੇ, ਵੱਲੇ ਨੀ ਬਲੈਤੇ ਤੇਰੇ ਬੱਲੇ ਬੱਲੇ, ਯਾਦ ਉਹਨੂੰ ਕਰਾਂ ਨਿਤ ਸ਼ਾਮ ਤੇ ਸਵੇਰੇ, ਚਿੱਠੀਆਂ ਤੇ ਤਾਰਾਂ ਖਤ ਲਿਖਾਂ ਮੈਂ ਬਥੇਰੇ, ਦੇਵੇ ਨਾ ਜਵਾਬ ਮੈਂ ਸਨੇੜੇ ਬਹੁਤ ਘੱਲੇ, ਬੱਲੇ ਨੀ ਬਲੈਤੇ ਤੇਰੇ ਬੱਲੇ ਬੱਲੇ, ਭੁੱਲੂ ਨਾ ਅਹਿਸਾਨ ਪਾ ਦੇ ਢੋਲਣੇ ਦੀ ਦੱਸ, ਸੌਂਕਣਾ ਦਾ ਸਾਕ ਨਾ ਤੂੰ ਮੇਰੇ ਨਾਲ ਰੱਖ, ਨਿਰਮਲ ਜਵਾਨੀ ਦੇ ਨੀ ਦਿਨ ਬੀਤ ਚੱਲੇ, ਬੱਲੇ ਨੀ ਬਲੈਤੇ ਤੇਰੇ ਬੱਲੇ ਬੱਲੇ। ਬੱਲੇ ਨੀ ਬਲੈਤਨੇ ਬੱਲੇ ਬੱਲੇ ਜਿਹੜਾ ਪ੍ਰੋਮ ਦਾ ਜਿਹੜਾ ਮੁੱਢ ਹੈ ਉਹ ਇਹੋ ਜਿਹੀ ਕਵਿਤਾ ਨਾਲ ਵੱਜਾ ਕਿ ਜਿਹਦੇ ਵਿੱਚ ਕਾਫੀ ਦਰਦ ਸਮੋਇਆ ਹੈ। ਇੱਕ ਵਿਛੋੜਾ, ਤਨਹਾਈ ਇਨਸਾਨ ਦੀ ਖਾਸ ਤੌਰ 'ਤੇ ਉਸ ਉਮਰ ਵਿੱਚ ਜਿਸ ਲਈ ਵਿਆਹ ਤੋਂ ਬਾਅਦ ਜਲਦੀ ਵਿਛੜ ਜਾਣ ਦਾ ਜਿਹੜਾ ਦਰਦ ਹੁੰਦਾ ਉਹ ਯਾਦ ਕੀਤਿਆਂ ਉਹਦਾ ਦਰਦ ਮਹਿਸੂਸ ਹੁੰਦਾ ਹੈ। ਬਹੁਤ ਵਧੀਆ ਕਵਿਤਾ ਸੀ। ਸੰਘਾ ਸਾਹਿਬ ਜਿਹੜਾ ਕਵਿਤਾ ਲਿਖਣਾ ਸਹੀ ਤੌਰ 'ਤੇ ਮੈਂ ਸਮਝਦਾ ਇਹ ਪੰਜਾਬੀ ਭਾਸ਼ਾ ਦੀ ਸੇਵਾ ਹੈ, ਕਿਉਂਕਿ ਜਦੋਂ ਇਨਸਾਨ ਲਿਖਦਾ ਹੈ ਇਹਦੇ ਵਿੱਚੋਂ ਰੋਟੀ ਨਹੀਂ ਮਿਲਦੀ, ਸਿਰਫ ਤੁਹਾਨੂੰ ਇੱਕ ਸ਼ੌਕ ਹੁੰਦਾ ਲਿਖਣ ਦਾ, ਤੁਸੀਂ ਆਪਣਾ ਸ਼ੌਕ ਪਾਲਦੇ ਹੋ। ਤੁਹਾਡਾ ਸ਼ੌਕ ਇਹ ਕਿੱਥੋਂ ਤੱਕ ਵਧੀਆ ਰਿਹਾ ਤੁਹਾਡੇ ਹਿਸਾਬ ਨਾਲ? ਐਕਚੁਅਲੀ ਮੈਂ ਇੱਦਾਂ ਸੋਚਦਾ ਮਹੇਸ਼ ਜੀ ਵੀ ਕਵਿਤਾ ਜਿਹੜੀ ਉਹਦੇ ਵਿੱਚ ਕੋਈ ਨਾ ਕੋਈ ਮੈਸੇਜ ਹੋਣਾ ਚਾਹੀਦਾ, ਅਤੇ ਜਿਹੜਾ ਮੈਸੇਜ ਸਮਾਜ ਨੂੰ ਚੰਗਾ ਬਣਾਉਣ ਲਈ ਹੋਵੇ। ਬਿਲਕੁਲ। ਅਤੇ ਜਿਹੜਾ ਵੀ ਕਵੀ
ਕੋਈ ਕਵਿਤਾ ਲਿਖਦਾ ਆ ਐਕਚੁਅਲੀ ਉਹਦੇ ਵਿੱਚ ਇਹ ਤਾਂ ਸ਼ੌਂਕ ਹੁੰਦਾ ਜਾਂ ਕਹਿ ਲਓ ਜਾਂ ਇਹ ਕੋਲੋਂ ਇਹ ਚਾਹਤ ਹੁੰਦੀ ਆ ਵੀ ਮੇਰਾ ਜਿਹੜਾ ਮੈਸੇਜ ਆ ਉਹ ਸਮਾਜ ਵਿੱਚ ਜਾਵੇ ਤੇ ਸਮਾਜ ਚੰਗਾ ਹੋਵੇ, ਕੁਝ ਚੰਗਾ ਬਦਲੇ। ਸਹੀ ਹੈ। ਜਿਹੜੇ ਕਵੀ ਯੁੱਗ ਬਦਲ ਦਿੰਦੇ ਆ ਆਪਣੀ ਕਵਿਤਾ ਨਾਲ, ਹਾਂਜੀ, ਉਹ ਇਹ ਸੋਚ ਕੇ ਹੀ ਐਕਚੁਅਲੀ ਉਹ ਕਵਿਤਾ ਲਿਖਦੇ ਆ ਵੀ ਸਮਾਜ ਬਦਲੇ, ਸਮਾਜ ਚੰਗਾ ਹੋ ਜਾਵੇ। ਅਤੇ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਇਹ ਹੁੰਦੀ ਆ ਵੀ ਮੈਂ ਕਵਿਤਾ ਲਿਖ ਕੇ ਆਪਣਾ ਢਿੱਡ ਭਰਾਂ। ਉਹਨਾਂ ਨੂੰ ਇਹ ਹੁੰਦੀ ਆ ਵੀ ਸਮਾਜ ਬਦਲ ਜਾਵੇ ਕਿਸੇ ਨਾ ਕਿਸੇ ਤਰ੍ਹਾਂ। ਠੀਕ। ਸੋ ਮੈਂ ਸਦਾ ਹੀ ਇਹ ਦੇਖਿਆ ਵੀ ਜਿਹੜਾ ਵੀ ਕਵੀ ਕਵਿਤਾ ਲਿਖਦਾ, ਬੇਸ਼ੱਕ ਉਹ ਪੰਜਾਬੀ ਆ ਜਾਂ ਕੋਈ ਦੂਸਰੇ ਲੈਂਗੁਏਜ ਵਿੱਚ, ਉਹ ਸਮਾਜ ਨੂੰ ਕੁਛ ਦੇਣ ਲਈ ਲਿਖਦਾ ਅਤੇ ਉਹਨੂੰ ਲਾਲਚ ਨਹੀਂ ਹੁੰਦਾ ਵੀ ਮੈਨੂੰ ਇਹਦੇ ਵਿੱਚੋਂ ਕੁਛ ਮਿਲੇ। ਜਿਹੜਾ ਕੋਈ ਇਹ ਸੋਚ ਕੇ ਕਵਿਤਾ ਲਿਖਦਾ ਵੀ ਇਹਦੇ ਵਿੱਚੋਂ ਕੁਛ ਨਾ ਕੁਛ ਮੈਨੂੰ ਮਿਲੇ, ਮੈਂ ਸਮਝਦਾ ਉਹ ਮੈਸੇਜ ਜਿਹੜਾ ਉਹ ਸਮਾਜ ਲਈ ਨਹੀਂ ਹੁੰਦਾ ਉਹ ਮੈਸੇਜ। ਕਿਉਂਕਿ ਦੇਖਿਆ ਗਿਆ ਜਿਹੜੇ ਕਵੀ ਹੋਏ ਆ ਜਿਨ੍ਹਾਂ ਦੇ ਨਾਂ ਥੋੜ੍ਹੇ ਲੋਕਾਂ ਤੱਕ ਸੀਮਿਤ ਰਹੇ, ਉਹਨਾਂ ਨੇ ਲਿਖਿਆ ਬਹੁਤ ਵਧੀਆ, ਉਹਨਾਂ ਦਾ ਸੁਨੇਹਾ ਵੀ ਬਹੁਤ ਵਧੀਆ ਸੀ, ਲੇਕਿਨ ਉਹਨਾਂ ਦੀ ਪਰਿਵਾਰਕ ਜ਼ਿੰਦਗੀ ਆ ਉਹ ਬਹੁਤ ਵਧੀਆ ਨਹੀਂ ਗੁਜ਼ਰੀ। ਚਲੋ ਆਪਾਂ ਇਹ ਵਿਸ਼ਾ ਥੋੜ੍ਹਾ ਜਿਹਾ ਕਾਫੀ ਗੰਭੀਰ ਹੋ ਲੈਣਾ, ਆਪਾਂ ਆਪਣੀਆਂ ਕਵਿਤਾਵਾਂ ਵੱਲ ਰਹਿਣਾ। ਮੈਂ ਚਾਹੁੰਦਾ ਕਿ ਜਿੱਦਾਂ ਤੁਸੀਂ ਪਹਿਲੀ ਕਵਿਤਾ ਸੁਣਾਈ ਉਹਦੇ ਵਿੱਚ ਬੜਾ ਦਰਦ ਸਮੋਇਆ ਸੀਗਾ, ਇੱਕ ਵੱਖਰੇ ਤਰ੍ਹਾਂ ਦੀ ਇੱਕ ਮਹਿਸੂਸਤਾ ਸੀ ਉਸ ਗੀਤ ਦੇ ਵਿੱਚ। ਹਰ ਇੱਕ ਇਨਸਾਨ ਨੂੰ ਆਪਣੀ ਖੁਦ ਜਵਾਨੀ ਦੇ ਦਿਨ ਯਾਦ ਕਰਵਾਉਣ ਵਾਲੀ ਗੱਲ ਸੀਗੀ, ਜਦੋਂ ਕਿਉਂਕਿ ਉਹ ਵਕਤ ਇੱਦਾਂ ਦਾ ਸੀਗਾ ਸਾਰੇ ਲੋਕ ਵਸਦੇ ਇੱਥੇ ਸੀ, ਵਿਆਹ ਪੰਜਾਬ ਕਰਾ ਕੇ ਆਉਣਾ, ਫਿਰ ਬਾਅਦ ਵਿੱਚ ਜਦੋਂ ਟਾਈਮ ਲੱਗਣਾ, ਜਦੋਂ ਇੱਥੋਂ ਤੱਕ ਵੀ ਕਈਆਂ ਕੋਲ ਕਿਰਾਇਆ ਨਹੀਂ ਸੀ ਹੁੰਦਾ ਕਰਨ ਵਾਸਤੇ, ਅਤੇ ਉਹ ਇੰਤਜ਼ਾਰ ਕਰਦੇ ਵੀ 2-4 ਮਹੀਨੇ ਲੱਗ ਜਾਣ। ਬਿਲਕੁਲ। ਅਤੇ ਉਹ ਜਿਹੜੇ 2-4 ਮਹੀਨੇ ਹੁੰਦੇ ਸੀ ਉਹ ਸਦੀਆਂ ਦੀ ਤਰ੍ਹਾਂ ਲੰਘਦੇ ਸੀਗੇ, ਜਿਹੜਾ ਬੰਦਾ ਪਿੱਛੇ ਸੀਗਾ। ਅਤੇ ਤੁਸੀਂ ਸਮਾਜ ਦੀ ਗੱਲ ਕੀਤੀ, ਸਮਾਜ ਨੂੰ ਸੁਨੇਹਾ ਦੇਣ ਦੀ। ਮੈਂ ਤੁਹਾਡੇ ਕੋਲ ਕਵਿਤਾ ਕੋਈ ਸੁਣਨੀ ਚਾਹੁੰਦਾ ਜਿਹੜੀ ਕਿ ਸਮਾਜ ਦੇ ਨਾਲ ਰਿਲੇਟਡ ਹੋਵੇ ਔਰ ਸਮਾਜ ਨੂੰ ਵਧੀਆ, ਤੁਸੀਂ ਸਮਾਜ ਨੂੰ ਕਿੱਦਾਂ ਮਹਿਸੂਸ ਕਰਦੇ ਹੋ ਇਸ ਸੰਬੰਧ ਵਿੱਚ ਕੋਈ ਵੀ ਕਵਿਤਾ ਜਿਹੜੀ ਤੁਹਾਡੇ ਮਨਪਸੰਦ ਹੋਵੇ। ਐਕਚੁਅਲੀ ਵੱਖਰੇ ਪਹਿਲੂ ਤੋਂ ਆਪਾਂ ਗੱਲ ਕਰ ਲਈਏ। ਜੇ ਅਸੀਂ ਇਹ ਪੰਜਾਬੀ, ਅਸੀਂ ਸਾਰੇ ਪੰਜਾਬੀ ਜਿਹੜੇ ਆ, ਹਾਂਜੀ, ਉਹਨਾਂ ਦੇ ਵੱਖਰੇ ਪਹਿਲੂ ਨੂੰ ਜਦ ਆਪਾਂ ਦੇਖਦੇ ਹਾਂ ਅਤੇ ਅਸੀਂ ਕੀ ਮਹਿਸੂਸ ਕਰਦੇ ਹਾਂ। ਇੱਕ ਕਵਿਤਾ ਦੇ ਵਿੱਚ ਮੈਂ ਇਹ ਦੇਖਿਆ ਵੀ ਅਸੀਂ ਪੰਜਾਬੀ ਲੋਕ ਜਿਹੜੇ ਹੈਗੇ ਆ ਦੂਸਰੇ ਨੂੰ ਮੱਤ ਬਹੁਤ ਦਿੰਦੇ ਆ, ਕਈ ਵਾਰੀ ਫੋਕੀਆਂ ਸਲਾਹਾਂ ਦੇਈ ਜਾਂਦੇ ਆ ਜਿਨ੍ਹਾਂ ਦੇ ਉੱਤੇ ਮਤਲਬ ਜੇ ਉਹ ਮੁੜ ਕੇ ਕੋਈ ਤੁਹਾਡੇ 'ਤੇ ਕੁਐਸਚਨ ਕਰਦਾ ਵੀ ਇਹ ਜਿਹੜੀ ਸਲਾਹ ਤੁਸੀਂ ਮੈਨੂੰ ਦਿੰਦੇ ਹੋ, ਇਹ ਸਲਾਹ ਤੁਸੀਂ ਆਪ ਕਰਦੇ ਹੋ, ਤਾਂ ਫਿਰ ਸਾਨੂੰ ਥੋੜ੍ਹਾ ਜਿਹਾ ਖਰੇ ਨੀਵੀਂ ਪਾਉਣੀ ਪੈਂਦੀ ਆ, ਸੋਚਣਾ ਪੈਂਦਾ ਗੱਲ। ਅਤੇ ਇਸ ਕਰਕੇ ਉੱਥੇ ਇੱਕ ਮੈਂ ਕਵਿਤਾ ਲਿਖੀ ਸੀ ਵੀ ਅਸੀਂ ਪੰਜਾਬੀ ਜਿਹੜੀ ਆ ਪਹਿਲੋਂ ਆਪਣੇ ਆਪ ਨੂੰ ਨਹੀਂ ਦੇਖਦੇ, ਦੂਸਰਿਆਂ ਨੂੰ ਸਲਾਹ ਦੇ ਕੇ ਅਤੇ ਫਾਰਗ ਹੋਣਾ ਚਾਹੁੰਦੇ ਹਾਂ। ਸਾਰੇ ਡਾਕਟਰ ਉਹ ਹੈਗਾ ਬਈ ਕਾਫੀ ਕੁਛ ਅਸੀਂ ਭੁੱਲੀ ਜਾਂਦੇ ਹਾਂ, ਬਹੁਤ ਕੁਝ ਭੁੱਲ ਗਏ ਹਾਂ, ਬਹੁਤ ਕੁਝ ਭੁੱਲੀ ਜਾਈਏ। ਵੱਡੀ ਭੁੱਲ ਹੋਈ ਜੋ ਯਰਾਨਾ ਲਾਇਆ ਨੇਰਨਾ, ਭੁੱਲ ਗਏ ਪੰਜਾਬੀ ਸੋਟਾ ਪੀੜ੍ਹੀ ਥੱਲੇ ਫੇਰਨਾ। ਸ਼ੁਰੂ ਤੋਂ ਕਰੋ, ਫਿਰ ਸਟਾਰਟ ਕਰੋ। ਬਹੁਤ ਕੁਝ ਭੁੱਲੀ ਜਾਈਏ, ਬਹੁਤ ਕੁਝ ਭੁੱਲ ਗਏ ਹਾਂ, ਵੱਡੀ ਭੁੱਲ ਹੋਈ ਜੋ ਯਰਾਨਾ ਲਾ ਕੇ ਨੇਰਨਾ, ਭੁੱਲ ਗਏ ਪੰਜਾਬੀ ਸੋਟਾ ਪੀੜ੍ਹੀ ਥੱਲੇ ਫੇਰਨਾ। ਦੂਜੇ ਦਾ ਅਦਬ ਹੁਣ ਭੁੱਲਿਆ ਜਨਾਬਾਂ ਨੂੰ, ਦੁੱਖ ਦੀ ਹੈ ਗੱਲ ਭੁੱਲੇ ਪੜ੍ਹਨਾ ਕਿਤਾਬਾਂ ਨੂੰ, ਕੱਤਣਾ ਹੀ ਭੁੱਲ ਗਏ ਹਾਂ ਦੱਸੋ ਕੀ ਉਟੇਰਨਾ, ਭੁੱਲ ਗਏ ਪੰਜਾਬੀ ਸੋਟਾ ਪੀੜ੍ਹੀ ਥੱਲੇ ਫੇਰਨਾ, ਭੁੱਲਿਆ ਸਿਰੜ ਤੇ ਲਗਨ ਅਸੀਂ ਭੁੱਲ ਗਏ, ਤਾਈਓ ਤਾਂ ਵਿਦੇਸ਼ਾਂ ਵਿੱਚ ਜਗ੍ਹਾ ਜਗ੍ਹਾ ਰੁੱਲ ਗਏ, ਰਾਤੋਂ ਰਾਤ ਧਨੀ ਹੋਣਾ ਚਾੜ੍ਹਨੀ ਸਵੇਰਨਾ, ਭੁੱਲ ਗਏ ਪੰਜਾਬੀ ਸੋਟਾ ਪੀੜ੍ਹੀ ਥੱਲੇ ਫੇਰਨਾ, ਭੁੱਲ ਗਏ ਹਾਂ ਕਰਕੇ ਬਚਨ ਕਿੰਝ ਪਾਲੀ ਦੇ, ਸਹਿਜਤਾ ਨੂੰ ਭੁੱਲੇ ਅਸੀਂ ਪਿੱਛੇ ਲੱਗ ਕਾਹਲੀ ਦੇ, ਸਹਿਜਤਾ ਨੂੰ ਭੁੱਲੇ ਅਸੀਂ ਪਿੱਛੇ ਲੱਗ ਕਾਹਲੀ ਦੇ, ਰਾਤੋਂ ਰਾਤ ਧਨੀ ਹੋਣਾ ਚਾੜ੍ਹਨੀ ਸਵੇਰਨਾ, ਭੁੱਲ ਗਏ ਪੰਜਾਬੀ ਸੋਟਾ ਪੀੜ੍ਹੀ ਥੱਲੇ ਫੇਰਨਾ, ਵਿਰਸਾ ਹੀ ਭੁੱਲੀ ਗੁਰੂਆਂ ਦੀ ਸਿੱਖਿਆ।
ਵਿਰਸਾ ਹੀ ਭੁੱਲੇ, ਭੁੱਲੀ ਗੁਰੂਆਂ ਦੀ ਸਿੱਖਿਆ, ਭੁੱਲਿਆ ਸ਼ਹੀਦਾਂ ਦਾ ਜੋ ਇਤਿਹਾਸ ਲਿਖਿਆ, ਹੋਈ ਜਾਣੇ ਕੰਮ ਕਹਿੰਦੇ ਬਾਬਿਆਂ ਦੀ ਮਿਹਰ ਨਾਲ, ਭੁੱਲ ਗਏ ਪੰਜਾਬੀ ਸੋਟਾ ਪੀੜੀ ਥੱਲੇ ਫੇਰਨਾ। ਤੇ ਦੂਜਿਆਂ ਨੂੰ ਮੱਤ ਦੇਣੀ ਹਾਲੇ ਇਹਦੀ ਛੱਡੀ ਨਹੀਂ, ਦੂਜਿਆਂ ਨੂੰ ਮੱਤ ਦੇਣੀ ਹਾਲੇ ਇਹਦੀ ਛੱਡੀ ਨਹੀਂ, ਆਪਣੇ ਨੋਹਾਂ ਦੇ ਵਿੱਚੋਂ ਪਰ ਮੈਲ ਕੱਢੀ ਨਹੀਂ, ਦੂਜਿਆਂ ਦੇ ਪਿੱਛੇ ਚੱਕੀ ਫਿਰਦੇ ਨਹੇਰਨਾ, ਭੁੱਲ ਗਏ ਪੰਜਾਬੀ ਸੋਟਾ ਪੀੜੀ ਥੱਲੇ ਫੇਰਨਾ। ਤੇ ਗੱਲਾਂ ਦਾ ਕੜਾਹ ਤਾਂ ਬਥੇਰਾ ਕਰੀ ਜਾਂਦੇ ਆ ਮੇਹ ਜੀ, ਗੱਲਾਂ ਬਹੁਤ ਕਰਦੇ ਸੀ, ਗੱਲਾਂ ਦਾ ਕੜਾਹ ਤਾਂ ਬਥੇਰਾ ਕਰੀ ਜਾਂਦੇ ਆ, ਆਪ ਹੱਥੀਂ ਕਰਨੇ ਤੋਂ ਪਰ ਡਰੀ ਜਾਂਦੇ ਆ, ਟਾਈਮ ਹੈ ਨਹੀਂ ਬੀਜੀਆਂ ਮੈਂ ਆਊਂ ਰਤਾ ਦੇਰ ਨਾ, ਭੁੱਲ ਗਏ ਪੰਜਾਬੀ ਸੋਟਾ ਪੀੜੀ ਥੱਲੇ ਫੇਰਨਾ, ਆਓ ਯਾਰੋ ਰਲ ਸੋਟਾ ਪੀੜੀ ਥੱਲੇ ਫੇਰੀਏ, ਆਓ ਯਾਰੋ ਰਲ ਸੋਟਾ ਪੀੜੀ ਥੱਲੇ ਫੇਰੀਏ, ਆਪਣੇ ਜੋ ਹਿੱਸੇ ਆਉਂਦਾ ਕੰਮ ਉਹ ਨਵੇੜੀਏ, ਨਿਰਮਲਾ ਜਹਾਨ ਉੱਤੇ ਆਉਣਾ ਦੂਜੀ ਵੇਰ ਨਾ, ਭੁੱਲ ਗਏ ਪੰਜਾਬੀ ਸੋਟਾ ਪੀੜੀ ਥੱਲੇ ਫੇਰਨਾ, ਭੁੱਲ ਗਏ ਪੰਜਾਬੀ ਸੋਟਾ ਪੀੜੀ ਥੱਲੇ ਫੇਰਨਾ, ਭੁੱਲ ਗਏ ਪੰਜਾਬੀ ਸੋਟਾ ਪੀੜੀ ਥੱਲੇ ਫੇਰਨਾ। ਕਵਿਤਾ ਇੰਨੀ ਖੂਬਸੂਰਤ ਸੀ, ਮੈਂ ਇਹ ਤਕਰੀਬਨ ਵਾਅਦੇ ਨਾਲ ਕਹਿ ਸਕਦਾ ਕਿ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਸੋਚਦੇ ਹੋਣਗੇ ਕੁਛ ਲਫ਼ਜ਼ ਇੱਦਾਂ ਦੇ ਵਰਤੇ। ਪਹਿਲਾਂ ਤਾਂ ਪੀੜੀ ਥੱਲੇ ਸੋਟਾ ਫੇਰਨਾ ਆਪਣੇ ਆਪ 'ਚ ਕਹਾਵਤ ਆ। ਅਸੀਂ ਮੁਹਾਵਰਿਆਂ ਦੀ ਜਿਹੜੀ ਭਾਸ਼ਾ ਆ ਉਹ ਤੋਂ ਬਹੁਤ ਦੂਰ ਜਾ ਚੁੱਕੇ ਹਾਂ। ਜਿਹੜੀ ਕਵਿਤਾ ਸੰਘਾ ਸਾਹਿਬ ਨੇ ਸੁਣਾਈ ਆ, ਭੁੱਲ ਗਏ ਹਾਂ ਯਾਰੋ ਸੋਟਾ ਪੀੜੀ ਥੱਲੇ ਫੇਰਨਾ, ਕਿਉਂਕਿ ਇਹੋ ਜਿਹੇ ਮੁਹਾਵਰੇ, ਔਰ ਤਕਰੀਬਨ ਸਾਰੀ ਕਵਿਤਾ ਮੁਹਾਵਰਿਆਂ ਨਾਲ ਭਰਪੂਰ ਹੈ। ਇੰਨੇ ਮੁਹਾਵਰੇ ਆਪਾਂ ਬਚਪਨ ਸਕੂਲਾਂ ਵਿੱਚ ਪੜ੍ਹਿਆ ਕਰਦੇ ਸੀ, ਲੇਕਿਨ ਉਹਨਾਂ ਨੂੰ ਬਾਅਦ ਵਿੱਚ ਵੈਸੇ ਪੰਜਾਬੀਆਂ ਨੇ ਤਾਂ ਹੋਰ ਕੰਮ ਸ਼ੁਰੂ ਕੀਤਾ ਕਿ ਉਹ ਪੜ੍ਹਨਾ ਹੀ ਭੁੱਲ ਗਏ। ਪੰਜਾਬੀ ਵਿੱਚ ਕਿਤਾਬ ਅਖਬਾਰ ਬਹੁਤ ਘੱਟ ਪੜ੍ਹੀ ਜਾਂਦੀ ਹੈ। ਇੰਡੀਆ ਚਲੇ ਜਾਓ ਬੱਸਾਂ ਵਿੱਚ ਦੇਖਿਆ, ਭਾਜੀ ਆ ਇੱਕ ਵਰਕਾ ਮੈਨੂੰ ਦੇ ਪੜ੍ਹਨ ਲਈ, ਅਖਬਾਰ ਵੀ ਲੈ ਕੇ ਨਹੀਂ ਪੜ੍ਹਦੇ। ਅਤੇ ਮੈਨੂੰ ਬੜੀ ਵਧੀਆ ਲੱਗੀ ਕਵਿਤਾ, ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਪਸੰਦ ਆਈ ਹੋਊਗੀ, ਕਿਉਂਕਿ ਅਸਲ ਵਿੱਚ ਨਰਮਲ ਸੰਘਾ ਜੀ ਉਹਨਾਂ ਦੀ ਜਿਹੜੀ ਤਬੀਅਤ ਅੱਜ ਕੋਈ ਬਹੁਤ ਵਧੀਆ ਨਹੀਂ ਹੈ, ਅਤੇ ਇਸ ਕਰਕੇ ਸਿਰਫ ਮੇਰੀ ਗੁਜ਼ਾਰਿਸ਼ ਨੂੰ, ਮੇਰੀ ਬੇਨਤੀ ਨੂੰ ਕਬੂਲ ਕਰਕੇ ਅੱਜ ਉਹ ਇੱਥੇ ਆਏ ਸਟੂਡੀਓ ਵਿੱਚ। ਅਤੇ ਉਹਨਾਂ ਨੇ ਐਕਚੁਅਲੀ ਇੱਕ ਦੋ ਮੈਨੂੰ ਕਿਹਾ ਸੀ, ਕਹਿੰਦੇ ਯਾਰ ਮਹੇਸ਼ ਸਾਹਿਬ ਰਹਿਣ ਦਿਓ, ਆਪਾਂ ਫੇਰ ਕਿਤੇ ਕਰ ਲਾਂਗੇ, ਲੇਕਿਨ ਸਾਡਾ ਪਿਆਰ ਇਹਨਾਂ ਨਾਲ ਇੰਨਾ ਆ, ਅਤੇ ਉਸ ਪਿਆਰ ਦਾ ਸਦਕਾ ਅੱਜ ਆਪਾਂ ਇਹਨੂੰ ਤੁਹਾਡੇ ਰੂਬਰੂ ਕੀਤਾ ਆ। ਅਤੇ ਬਹੁਤ ਵਧੀਆ ਕਵਿਤਾ ਸੁਣਾ ਰਹੇ ਆਪਾਂ, ਹੋਰ ਇਹਨਾਂ ਕੋਲ ਕਵਿਤਾ ਸੁਣੀਆਂ। ਪੰਜਾਬੀ ਦੀ ਜਿਹੜੀ ਵੈਲਿਊ ਆ, ਜਿਹੜੀ ਤੁਹਾਡੀ ਜ਼ੁਬਾਨ, ਜਿਹੜੇ ਮਹਾਰਾਸ਼ਟਰ ਦੇ ਲੋਕ ਆ, ਮਰਾਠੀ ਉਹਨਾਂ ਦੀ ਭਾਸ਼ਾ, ਮਰਾਠੀ ਭਾਸ਼ਾ ਦੀ ਕੀ ਕੀਮਤ ਆ, ਕੀ ਉਹਦੀ ਖਾਸੀਅਤ ਆ, ਉਹ ਮਰਾਠੀ ਜਾਣਦਾ। ਪੰਜਾਬੀ ਜ਼ੁਬਾਨ ਦੀ ਕੀ ਖਾਸੀਅਤ ਆ, ਇਹਨੂੰ ਅਸੀਂ ਕਿੱਦਾਂ ਅੱਗੇ ਵਧਾਉਣਾ, ਕਿੱਦਾਂ ਅਸੀਂ ਇਹਨੂੰ ਸ਼ੋਹਰਤ ਦੇਣੀ, ਇਹ ਪੰਜਾਬੀਆਂ ਦੀ ਡਿਊਟੀ ਬਣਦੀ ਆ। ਆਪਾਂ ਜੇ ਸਾਰੇ ਸੋਚੇ ਕੀ ਆਪਾਂ ਉਹ ਕੰਮ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ, ਕਿਉਂਕਿ ਜਿਹੜਾ ਪੀੜੀ ਥੱਲੇ ਸੋਟਾ ਫੇਰਨਾ ਮਤਲਬ ਇਹੀ ਆ ਕਿ ਤੁਸੀਂ ਆਪਣੇ ਆਪ ਨੂੰ ਪਰਖਣਾ ਵੀ ਤੁਸੀਂ ਕਿੱਥੇ ਖੜ੍ਹੇ ਆ। ਅਸੀਂ ਲੋਕਾਂ ਨੂੰ ਤਾਂ ਕਹੀ ਜਾਂਦੇ ਹਾਂ ਉਹ ਨਹੀਂ ਕਰਦਾ, ਉਹ ਨਹੀਂ ਕਰਦਾ, ਉਹ ਨਹੀਂ ਕਰਦਾ, ਲੇਕਿਨ ਆਪ ਤੁਸੀਂ ਕੀ ਕਰ ਰਹੇ ਆ, ਆਪਣੇ ਆਪ ਸੁਧਾਰ ਕਰਨ ਦੀ ਲੋੜ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਤੁਸੀਂ ਇਸ ਗੱਲ ਨੂੰ ਛੱਡੋ, ਇਹਨੂੰ ਛੱਡੋ, ਇਹਨੂੰ ਛੱਡੋ, ਲੇਕਿਨ ਜਿਹੜਾ ਅਸੀਂ ਲੋਕਾਂ ਨੂੰ ਛੱਡਣ ਨੂੰ ਕਹਿੰਦੇ ਹਾਂ, ਆਪ ਅਸੀਂ ਨੂੰ ਗਲਾ ਪਾਇਆ। ਇਹ ਹੁੰਦਾ ਪੀੜੀ ਥੱਲੇ ਸੋਟਾ ਫੇਰਨਾ, ਲੋਕਾਂ ਨੂੰ ਕਹੀ ਜਾਣਾ, ਆਪ ਉਸ ਲਾਈਨ ਨੂੰ ਇਗਨੋਰ ਕਰੀ ਜਾਣਾ। ਆਪਾਂ ਸੰਘਾ ਸਾਹਿਬ ਵੱਲ ਚੱਲਦੇ। ਸੰਘਾ ਸਾਹਿਬ ਜੀ, ਜਿਹੜੀ ਕਵਿਤਾ ਲਿਖਣੀ ਜਾਂ ਕਵਿਤਾ ਬੋਲਣੀ ਇੱਕ ਫਨ ਹੈ, ਇੱਕ ਆਰਟ ਹੈ। ਤੁਸੀਂ ਜਿੰਨੀ ਮਰਜ਼ੀ ਵਧੀਆ ਕਵਿਤਾ ਲਿਖ ਲਓ, ਤੁਸੀਂ ਕਿਤੇ ਨਾ ਕਿਤੇ ਮਹਿਸੂਸ ਕਰਦੇ ਆ ਹਰ ਇਨਸਾਨ, ਜਿੱਦਾਂ ਥੋੜ੍ਹਾ ਬਹੁਤ ਮੈਨੂੰ ਵੀ ਸ਼ੌਕ ਹੈ ਲਿਖਣ ਦਾ, ਥੋੜ੍ਹਾ ਬਹੁਤ ਸੰਗੀਤ ਦਾ ਸ਼ੌਕ ਆ, ਲੇਕਿਨ ਹਮੇਸ਼ਾ ਬੰਦਾ ਫੀਲ ਕਰਦਾ ਕਿ ਵੀ ਮੈਂ ਕੁਛ ਸਿੱਖਣਾ ਕਿਤੇ ਹੋ, ਕਿਤੇ ਨਾ ਕਿਤੇ ਬੰਦਾ ਕਿਸੇ ਨਾ ਕਿਸੇ ਚੀਜ਼ ਤੋਂ ਬੰਦਾ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕਰਦਾ। ਕੋਈ ਸ਼ਾਇਰ ਹੁੰਦਾ ਜਿਹੜਾ ਤੁਹਾਡੇ ਮਨ ਨੂੰ ਪਾਉਂਦਾ। ਬੇਸ਼ੱਕ ਤੁਸੀਂ ਉਹਦੇ ਕੋਲ ਉਸਤਾਦੀ ਸ਼ਾਗਿਰਦੀ ਨਾ ਕਰੋ, ਲੇਕਿਨ ਉਹ ਤੋਂ ਉਹਦੀਆਂ ਭਾਵਨਾਵਾਂ ਤੁਸੀਂ ਸਿੱਖ ਲੈਂਦੇ, ਕਿੱਦਾਂ ਬੋਲਦਾ ਉਹ ਬੋਲਦਾ, ਲੋਕ ਉਹਨੂੰ ਪਸੰਦ ਕਰਦੇ ਆ। ਤੁਸੀਂ ਚਲੋ ਮੈਂ ਵੀ ਇੱਦਾਂ ਬੋਲਾਂ ਤਾਂ ਲੋਕ ਉਹਨੂੰ ਪਸੰਦ ਕਰ ਗਏ। ਤੁਸੀਂ ਕੀ ਜਿਹੜੀ ਕਵਿਤਾ ਲਿਖਣੀ ਜਾਂ ਤੁਹਾਡੇ ਬੋਲਣ ਦਾ ਨਜ਼ਰੀਆ ਜਿਹੜਾ ਲਈਆ ਤੁਹਾਡਾ ਹੈਗਾ, ਕੀ ਤੁਸੀਂ ਇਹ ਸਿੱਖਿਆ ਜਾਂ ਇਹ ਤੁਹਾਡੇ ਕੋਲ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਤੁਹਾਡੇ ਪਿੰਡ ਵਿੱਚ, ਤੁਹਾਡੇ ਘਰ ਵਿੱਚ ਬਹੁਤ ਪ੍ਰਫੁੱਲਤਾ ਸੀਗੀ ਪੋਇਟਰੀ ਨੂੰ ਲੈ ਕੇ,
ਜਦ ਤੁਸੀਂ ਉੱਦਾਂ ਸੀ ਕੀ ਤੁਸੀਂ ਸਿੱਖਿਆ ਕਿਸੇ ਤੋਂ? ਐਕਚੁਅਲੀ ਮੈਂ ਕਿਸੇ ਤੋਂ ਸਿੱਖਿਆ ਨਹੀਂ। ਠੀਕ ਹੈ। ਮੈਂ ਕੋਸ਼ਿਸ਼ ਕੀਤੀ ਹੈ ਵੀ ਕੋਈ ਵੀ ਕੰਮ ਜਿਹੜਾ ਆਪ ਪੜ੍ਹ ਕੇ ਅਤੇ ਦੂਸਰਿਆਂ ਵੱਲ ਦੇਖ ਕੇ ਉਹਨਾਂ ਦੀਆਂ ਹਰਕਤਾਂ ਤੋਂ ਸਿੱਖਣਾ ਜਾਂ ਦੂਜਿਆਂ ਦੇ ਨੌਲੇਜ ਨੂੰ ਅਡਾਪਟ ਕਰਕੇ ਉਹਨਾਂ ਤੋਂ ਸਿੱਖ ਲੈਣਾ। ਇੱਦਾਂ ਵੀ ਕੋਈ ਗੁਰੂ ਧਾਰਨਾ ਜਾਂ ਕੋਈ ਇੱਦਾਂ ਨਹੀਂ, ਮੈਂ ਨਹੀਂ ਕੀਤਾ ਕਿਤੇ ਵੀ। ਠੀਕ ਹੈ। ਮੈਂ ਕੋਸ਼ਿਸ਼ ਕੀਤੀ ਹੈ ਵੀ ਸਾਹਿਤ ਪੜ੍ਹਨਾ। ਅਤੇ ਜਿੱਦਾਂ ਹੁਣ ਕਵੀਆਂ ਦੀ ਗੱਲ ਲੈ ਲਓ, ਮੈਂ ਜਦੋਂ ਪ੍ਰੋਫੈਸਰ ਮੋਹਨ ਸਿੰਘ ਨੂੰ ਪੜ੍ਹਿਆ ਹਾਂਜੀ ਅਤੇ ਮੈਂ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਦੀ ਕਵਿਤਾ ਤੋਂ। ਠੀਕ। ਅਤੇ ਮੈਂ ਬਸ ਉਹਨਾਂ ਦੀ ਕਵਿਤਾ ਪੜ੍ਹ ਕੇ ਹੀ ਸਿੱਖ ਲਿਆ ਵੀ ਕਿੱਦਾਂ ਦੀ ਕਵਿਤਾ ਲਿਖੀ ਹੈ ਇਹਨੇ ਅਤੇ ਕਿਹੜੀ ਤਰਜ਼ ਵਿੱਚ ਲਿਖੀ ਆ, ਅਤੇ ਉੱਦਾਂ ਦੀ ਲਿਖਣ ਦੀ ਕੋਸ਼ਿਸ਼ ਕਰ ਲਈਏ। ਇੱਦਾਂ ਹੀ ਜਿੱਦਾਂ ਜਸਵੰਤ ਕਮਲ ਹੈ ਜੇ ਵਾਰਤਕ ਜਦੋਂ ਪੜ੍ਹੀ ਆ, ਨਾਨਕ ਸਿੰਘ ਨੂੰ ਪੜ੍ਹਿਆ, ਹੋਰ ਜਿਹੜੇ ਵੱਡੇ ਰਾਈਟਰਸ ਹੈ ਪ੍ਰੀਤ ਲੜੀ ਉਹਨਾਂ ਨੂੰ ਪੜ੍ਹਿਆ, ਗੁਰਬਖਸ਼ ਸਿੰਘ ਨੂੰ, ਅਤੇ ਉਹਨਾਂ ਦੇ ਬਸ ਜੋ ਕੁਛ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੇ ਜਿਹੜੇ ਕੰਮ ਕੀਤੇ ਜਾਂ ਉਹਨੇ ਜਿਹੜੇ ਨਾਵਲਾਂ ਦੇ ਵਿੱਚ ਦਿਖਾ ਲਿਆ, ਕੋਸ਼ਿਸ਼ ਕੀਤੀ ਵੀ ਆਪਾਂ ਨੂੰ ਜਿਹੜਾ ਉਹਨਾਂ ਦਾ ਨਾਵਲਾਂ ਦਾ ਹੀਰੋ ਆ ਜਾਂ ਜਿਹੜੀ ਉਹਦੀ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹ ਅਡਾਪਟ ਕਰ ਲਈਏ ਅਤੇ ਆਪਣੇ ਉੱਤੇ ਲਾਗੂ ਕਰ ਲਈਏ। ਪੰਜਾਬੀ ਭਾਸ਼ਾ ਦੇ ਇਹ ਬਹੁਤ ਵੱਡੇ ਪਹਿਲਵਾਨ ਹੋਏ ਆ। ਪ੍ਰੀਤ ਲੜੀ ਹੋ ਗਿਆ, ਸਾਧੂ ਸਿੰਘ ਹਮਦਰਦ ਹੋ ਗਿਆ, ਵੀਰ ਸਿੰਘ ਹੋ ਗਿਆ, ਅਤੇ ਧਨੀ ਚੰਦ ਹੋ ਗਿਆ, ਧਨੀ ਰਾਮ ਚਾਤਰਿਕ। ਹਾਂਜੀ, ਇਹ ਜਿਹੜੇ ਸਾਰੇ ਬੰਦੇ ਇਹ ਪੂਜਣਯੋਗ ਆ ਪੰਜਾਬੀ ਭਾਸ਼ਾ ਦੀ, ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ। ਅੱਛਾ, ਤੁਹਾਡੇ ਮਨਪਸੰਦ ਦਾ ਕਵੀ ਕੌਣ ਹੋਇਆ? ਕਿਹਨੂੰ ਤੁਸੀਂ ਬਹੁਤ ਆਪਣੇ ਦਿਲ ਦੇ ਕਲੋਜ਼ ਨਜ਼ਦੀਕ ਸਮਝਦੇ ਆ? ਐਕਚੁਅਲੀ ਮੈਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਨੂੰ ਬਹੁਤ ਪਿਆਰ ਕਰਦਾ। ਠੀਕ। ਅਤੇ ਦੂਸਰੇ ਨੰਬਰ 'ਤੇ ਧਨੀ ਰਾਮ ਚਾਤਰਿਕ। ਇਹਨਾਂ ਦੀ ਜਿਹੜੀ ਸਿੱਧੀ ਸਾਦੀ ਕਵਿਤਾ, ਜਿਹੜੀ ਜਾਣੀ ਕਿ ਪਿੰਡ ਦੇ ਲੋਕ, ਪਿੰਡ ਦੇ ਅੱਜ ਕੱਲ੍ਹ ਵੀ ਪਿੰਡ ਦੇ ਲੋਕ ਇਹਨਾਂ ਦੀ ਕਵਿਤਾ ਨੂੰ ਸਮਝ ਲੈਂਦੇ ਆ। ਇਹਨਾਂ ਦੀ ਕਵਿਤਾ ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ, ਰਾਗੀ ਢਾਡੀ ਕਵੀਸ਼ਰ ਜਾਂ ਸਿੱਧੀਆਂ ਸਾਦੀਆਂ ਗੱਲਾਂ ਜਿਹੜੀਆਂ ਪੰਜਾਬੀ ਦੇ ਵਿੱਚ ਸਮਝ ਆਉਂਦੀਆਂ ਹੋਣ। ਜਿਹੜਾ ਆਪਾਂ ਲੋਕ ਵਿਰਸਾ, ਹਾਂਜੀ, ਲੋਕ ਵਿਰਸਾ ਪਿੰਡਾਂ ਦਾ ਹੀ ਆ। ਬਿਲਕੁਲ। ਜਿਹੜਾ ਵਿਰਸਾ ਉਹ ਪਿੰਡਾਂ ਦਾ, ਕਿਉਂਕਿ ਸ਼ਹਿਰਾਂ ਵਿੱਚ ਲੋਕ ਪਿੰਡਾਂ ਵਿੱਚ ਜਾ ਕੇ ਬਸੇ ਤਾਂ ਜਾ ਕੇ ਸ਼ਹਿਰ ਬਣੇ ਹੋ, ਲੇਕਿਨ ਐਕਚੁਅਲੀ ਜਿਹੜਾ ਪੰਜਾਬ ਉਹ ਪਿੰਡਾਂ ਦਾ ਇਲਾਕਾ ਹੈਗਾ। ਅਤੇ ਜਿਹੜੀ ਪਿੰਡਾਂ ਦੀ ਵਾਰਦਾਤ ਆ, ਜਦੋਂ ਉਹਨੂੰ ਲਿਖਿਆ ਜਾਂਦਾ ਕਿਸੇ ਤਰੀਕੇ ਨਾਲ, ਤਾਂ ਉਹਨੂੰ ਆਪਾਂ ਉਹਨੂੰ ਲੋਕ ਗੀਤ ਕਹਿ ਸਕਦੇ ਹਾਂ, ਲੋਕ ਵਿਰਸਾ ਕਹਿ ਸਕਦੇ ਹਾਂ। ਹਾਂਜੀ ਹਾਂਜੀ। ਅਤੇ ਸ਼ਹਿਰਾਂ ਬਾਰੇ ਬਹੁਤ ਘੱਟ ਲਿਖਿਆ ਜਾਂਦਾ ਵੈਸੇ ਵੀ, ਕਿਉਂਕਿ ਜਿਹੜੇ ਸ਼ਹਿਰਾਂ ਦੇ ਇੱਕ ਤਾਂ ਉਹ ਅਫਸਰਸ਼ਾਹੀ ਲੋਕ ਹੁੰਦੇ ਆ, ਉਹਨਾਂ ਕੋਲ ਬੜਾ ਟਾਈਮ ਵੀ ਨਹੀਂ ਹੁੰਦਾ। ਹਾਂਜੀ। ਅਤੇ ਆਪਾਂ ਗੱਲਾਂ ਹੁਣ ਕਾਫੀ ਕਰ ਲਈਆਂ, ਆਪਾਂ ਹੁਣ ਤੁਹਾਡੀ ਕਵਿਤਾ ਵੱਲ ਮੁੜ ਕੇ ਆਉਣਾ ਚਾਹੁੰਦੇ ਹਾਂ। ਮੈਂ ਚਾਹੁੰਦਾ ਕੋਈ ਕਵਿਤਾ ਤੁਸੀਂ ਇੱਦਾਂ ਦੀ ਸੁਣਾਓ। ਤੁਸੀਂ ਇੱਕ ਮੁਸ਼ਾਇਰੇ ਵਿੱਚ ਕਵਿਤਾ ਪੜ੍ਹੀ ਸੀਗੀ ਬਈ ਜਿਹੜੇ NRI ਆ, ਇੱਥੇ ਕੀ ਆ ਤਾਂ ਉੱਥੇ ਜਾ ਕੇ ਕੀ ਕਰਦੇ ਆ, ਉਹ ਮੈਂ ਜ਼ਰੂਰ ਸੁਣਨੀ ਚਾਹੁੰਦਾ। ਮੈਂ ਉਹ ਸੁਣਾਉਣਾ। ਉਹ ਕਵਿਤਾ ਮੈਂ ਐਕਚੁਅਲੀ ਮੈਨੂੰ ਜੋ ਕੁਛ ਠੀਕ ਲੱਗਦਾ ਨਾ, ਬਈ ਜੋ ਕੁਛ ਸਾਡੀ ਅਸਲੀਅਤ ਆ, ਮੈਂ ਉਹ ਕੋਸ਼ਿਸ਼ ਕਰਦਾ ਮੈਂ ਉਹ ਲਿਖ ਦੇਵਾਂ। ਇਹ ਕਵਿਤਾ ਮੈਂ ਪਹਿਲੀ ਵਾਰੀ ਇੱਥੇ ਵੁਲਵਰਹੈਂਪਟਨ ਕਵੀ ਦਰਬਾਰ ਹੋਇਆ ਸੀ, ਉਹ ਮੈਂ ਗੁਰਭਜਨ ਗਿੱਲ ਹੋਣੀ ਬੈਠੇ ਸੀਗੇ ਸਟੇਜ ਦੇ ਉੱਤੇ, ਅਤੇ ਮੈਂ ਉੱਥੇ ਪੜ੍ਹੀ ਸੀਗੀ। ਠੀਕ। ਅਤੇ ਉਹਨੇ ਮੈਨੂੰ ਉੱਠਣ ਲੱਗੇ ਨੂੰ ਮੈਨੂੰ ਫੜ ਕੇ ਕਿਹਾ, ਮੈਨੂੰ ਇਹ ਕਵਿਤਾ ਲਿਖ ਕੇ ਦੇ ਜੀ। ਅੱਛਾ। ਫਿਰ ਮੈਂ ਇਹ ਕਵਿਤਾ ਪੜ੍ਹੀ ਕਪੂਰਥਲੇ ਕਾਲਜ ਦੇ ਵਿੱਚ, ਕਵੀ ਦਰਬਾਰ ਹੋਇਆ ਸੀ ਵੱਡਾ, ਉਹਦੇ ਵਿੱਚ। ਅਤੇ ਉੱਥੇ ਇੱਕ ਪ੍ਰੋਫੈਸਰ ਉੱਠ ਕੇ ਬਾਅਦ ਦੇ ਵਿੱਚ ਮੈਨੂੰ ਕਹਿੰਦਾ ਸਾਡੇ ਪਿੰਡ ਦੇ ਵਿੱਚ 78 ਫੈਮਲੀਜ਼ ਕਹਿੰਦਾ ਬਾਹਰ ਗਏ ਆ। ਅੱਛਾ। ਠੀਕ। ਅਤੇ ਬਾਹਰ ਰਹਿੰਦੇ ਆ, NRI ਆ, ਅਤੇ ਕਹਿੰਦਾ ਉਹ ਤੇਰੀ ਕਵਿਤਾ ਦੇ ਵਿੱਚ ਜਿੱਦਾਂ ਦੇ ਆ ਉੱਦਾਂ ਦੇ ਹੀ ਆ। ਮੈਂ ਕਿਹਾ ਧੰਨਵਾਦ ਜੀ। ਉਹ ਇਹ ਕਵਿਤਾ ਹੈ ਵੀ NRI ਸਾਡੇ ਭਾਈ ਇੰਗਲੈਂਡੀਏ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। ਵਾਹ ਜੀ ਵਾਹ। NRI ਸਾਡੇ ਭਾਈ ਇੰਗਲੈਂਡੀਏ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ, ਗੋਰਿਆਂ ਤੋਂ ਡਰਦੇ ਕਤਾਰਾਂ ਵਿੱਚ ਖੜ੍ਹਦੇ, ਭੁੱਲ ਜਾਂਦੇ ਸਭ ਜਾਂ ਪੰਜਾਬ ਜਦੋਂ ਵੜਦੇ, ਕਰਦੇ ਫਿਰ ਗੱਲਾਂ ਇਹ ਹਵਾਈ ਇੰਗਲੈਂਡੀਏ, ਪਰ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। ਠੀਕ ਹੈ। ਪਿੰਡ ਜਾ ਕੇ ਇੱਕ ਖੰਡ ਪਾਠ ਕਰਵਾਉਂਦੇ ਨੇ, ਭੋਗ ਵਾਲੇ ਦਿਨ ਖੂਬ ਨਸ਼ੇ ਵਰਤਾਉਂਦੇ ਨੇ, ਅਤੇ ਨਾਲ ਪਾਉਣ ਭੰਗੜੇ ਸਦਾਈ ਇੰਗਲੈਂਡੀਏ।
ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। ਮੈਲੇ ਘਸਮੈਲੇ ਪਾਉਂਦੇ ਕੰਮਾਂ ਉੱਤੇ ਕੱਪੜੇ, ਨਵੇਂ ਸੂਟ ਪਾ ਕੇ ਜਾਂ ਪੰਜਾਬ ਇਹ ਅੱਪੜੇ, ਫਿਰ ਟੌਰ ਦਿਖਲਾਉਣ ਲਾ ਕੇ ਟਾਈ ਇੰਗਲੈਂਡੀਏ, ਪਰ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। ਹੁਣ ਭਾਵੇਂ ਗਿੱਦੜ ਪਰ ਕਹਿਣ ਸ਼ੇਰ ਬੱਗੇ ਆ, ਹੁਣ ਭਾਵੇਂ ਗਿੱਦੜ ਪਰ ਕਹਿਣ ਸ਼ੇਰ ਬੱਗੇ ਆ, ਮਾਂਜਦੇ ਨੇ ਭਾਂਡੇ ਕਹਿੰਦੇ ਫੋਰਮੈਨ ਲੱਗੇ ਆ, ਤੇ ਏਅਰਪੋਰਟਿੰਗ ਕਰਦੇ ਸਫਾਈ ਇੰਗਲੈਂਡੀਏ, ਪਰ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। ਪੂਜੀ ਜਾਣ ਜਾਦੂ ਟੂਣੇ ਪੁੱਛਾਂ ਵਾਲੇ ਠੱਗਾਂ ਨੂੰ, ਅੱਜ ਵੀ ਇਹ ਚੱਲਦਾ ਮਹੇ ਜੀ, ਫੇਕ ਹੋਵੇਗਾ। ਪੂਜੀ ਜਾਣ ਜਾਦੂ ਟੂਣੇ ਪੁੱਛਾਂ ਵਾਲੇ ਠੱਗਾਂ ਨੂੰ, ਜਰਾ ਨਾ ਸੰਕੋਚਦੇ ਇਹ ਲਾਉਣ ਲੱਗੇ ਪੱਗਾਂ ਨੂੰ, ਗੁਰੂ ਘਰੀ ਕਰਕੇ ਲੜਾਈ ਇੰਗਲੈਂਡੀਏ, ਇਹ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। ਫੋਕੀ ਟੌਰ ਖਾਤਰ ਇਹ ਨੋਟ ਸੁੱਟੀ ਜਾਂਦੇ ਆ, ਫੋਕੀ ਟੌਰ ਖਾਤਰ ਇਹ ਨੋਟ ਸੁੱਟੀ ਜਾਂਦੇ ਆ, ਚੰਗੇ ਕੰਮਾਂ ਵੱਲੋਂ ਪਰ ਜੇਬ ਕੁੱਟੀ ਜਾਂਦੇ ਆ, ਹੱਥ ਤੰਗ ਕਹਿੰਦੇ ਸਾਡਾ ਬਾਈ ਇੰਗਲੈਂਡੀਏ, ਪਰ ਇਹ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। ਉਮਰਾਂ ਲਗਾਈਆਂ ਪਰਦੇਸ ਵਿੱਚ ਰਹਿੰਦੇ ਆ, ਉਮਰਾਂ ਲਗਾਈਆਂ ਪਰਦੇਸ ਵਿੱਚ ਰਹਿੰਦੇ ਆ, ਦੁੱਖਾਂ ਤਕਲੀਫਾਂ ਤੇ ਵਿਤਕਰੇ ਵੀ ਸਹਿੰਦੇ ਆ, ਭੇਜਦੇ ਰਹੇ ਪਿੱਛੇ ਪਾਈ ਪਾਈ ਇੰਗਲੈਂਡੀਏ, ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। ਤੇ ਲੈਂਦੇ ਰਹੇ ਜ਼ਮੀਨਾਂ ਮੁੱਲ, ਛੱਤ ਦੇ ਮਹੱਲ ਰਹਿ, ਕੋਠੀਆਂ ਤੇ ਖੇਤ ਸਾਰੇ ਭੈਣਾਂ ਭਾਈਆਂ ਮੱਲ ਲੈ, ਹੁਣ ਪਾਉਂਦੇ ਫਿਰਦੇ ਦਹਾਈ ਇੰਗਲੈਂਡੀਏ, ਇਹ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ, ਇਹ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। NRI ਸਾਡੇ ਭਾਈ ਇੰਗਲੈਂਡੀਏ, ਇਹ ਕਰਦੇ ਨੇ ਲੋਹੜੇ ਦੀ ਕਮਾਈ ਇੰਗਲੈਂਡੀਏ। ਬਹੁਤ ਵਧੀਆ, ਬਹੁਤ ਵਧੀਆ। ਇਹ ਦੇਖੋ ਜੀ, ਜਿੱਥੇ ਸੰਘਾ ਸਾਹਿਬ ਨੇ ਇੰਗਲੈਂਡੀਆਂ ਦੀ ਸਿਫਤ ਕੀਤੀ ਆ, ਉੱਥੇ ਨਾਲ ਟੀਕੇ ਵੀ ਲਾਏ ਆ। ਅਸੀਂ ਇੰਗਲੈਂਡ ਵਰਗੇ ਦੇਸ਼ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਜਿਹੜੀ ਸੂਝ-ਬੂਝ ਤੋਂ ਮਾਲਕ ਹੋਣਾ ਚਾਹੀਦਾ ਸੀ, ਉਹ ਨਹੀਂ ਹੋਏ। ਅਸੀਂ ਆਪਣੀ ਹਉਮੈ ਨਹੀਂ ਛੱਡੀ, ਅਸੀਂ ਆਪਣੇ ਉਹ ਅਵਾਗੋਨੀ ਸ਼ਰਾਬ ਪੀਣੀ ਨਹੀਂ ਛੱਡੀ। ਅਸੀਂ ਜੋ ਇੱਥੇ ਸਿੱਖਣਾ ਸੀ ਕਿ ਭਾਈ ਭਾਈ ਦਾ ਭਾਈ ਹੋਣਾ ਚਾਹੀਦਾ, ਲੇਕਿਨ ਅਸੀਂ ਭਾਈ ਭਾਈ ਦਾ ਦੁਸ਼ਮਣ ਬਣ ਕੇ ਵਿਚਰੇ। ਅਤੇ ਅਸੀਂ ਇੰਗਲੈਂਡ ਤੋਂ ਬਹੁਤ ਕੁਝ ਸਿੱਖਣਾ ਸੀਗਾ। ਅਸੀਂ ਸਿੱਖਦੇ ਸਲਿੱਪ ਹੁੰਦੇ ਗਏ, ਸਿੱਖਦੇ ਸਲਿੱਪ ਤਾਂ ਕਿ ਜਦੋਂ ਲੋਕ ਪਹਿਲਾਂ ਆਏ, ਉਸ ਲਈ ਇਹ ਮਹਿਸੂਸ ਕਰਦੇ ਸੀ ਯਾਰ ਮੈਂ ਇਕੱਲਾ, ਕੋਈ ਆਪਣਾ ਬੰਦਾ ਨਹੀਂ ਦੀਦਾ। ਹਾਂਜੀ। ਜਦੋਂ ਉਹਨਾਂ ਕੋ ਦੇਖਿਆ ਕੋਈ ਆਪਣੇ ਰੰਗ ਵਰਗਾ ਬੰਦਾ, ਉਹਦੇ ਨਾਲ ਮੁਹੱਬਤ ਪਾ ਲਈ। ਬਿਲਕੁਲ। ਉਹਨਾਂ ਮਿਲਣਾ ਕਰਨਾ ਸ਼ੁਰੂ ਕਰਤਾ ਜੀ, ਇਹ ਮੇਰਾ ਧਰਮ ਦਾ ਭਰਾ ਬਣ ਗਿਆ, ਅਤੇ ਮੇਰਾ ਫਲਾਨਾ ਭਾਈ ਬਣ ਗਿਆ, ਅਤੇ ਇਕੱਠੇ ਖਾਣ ਪੀਣ ਦਾ ਬੰਦਾ ਸ਼ੁਰੂ। ਫਿਰ ਜਿਉਂ ਕੋਈ ਹੋਰ ਪੰਜਾਬੀ ਆ ਗਿਆ, ਫਿਰ ਉਹਨੂੰ ਛੱਡ ਕੇ ਉਹਨਾਂ ਭਾਈਬੰਦੀ ਪਾ ਲਈ। ਫਿਰ ਤੁਹਾਡੇ ਜ਼ਿਲ੍ਹੇ ਦਾ ਆ ਗਿਆ, ਫਿਰ ਉਹਨਾਂ ਅਸੀਂ ਜਾਣੀ ਐਕਚੁਅਲੀ ਜਿਹੜਾ ਸਾਡਾ ਵਿਸ਼ਾਲ ਦਾਇਰਾ ਸੀ, ਉਹਨੂੰ ਅਸੀਂ ਫੜਦੇ ਸਲਿੱਪ ਹੁੰਦੇ ਗਏ। ਗੱਲ ਹੁਣ ਇੱਥੇ ਆ ਕੇ ਰੁਕ ਗਈ ਕਿ ਹੁਣ ਸਿਰਫ ਜਿਹੜੇ ਘਰ ਦੇ ਬੰਦੇ ਆ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਨਹੀਂ ਹੈ। ਸਾਡਾ ਬਹੁਤ ਟੱਬਰਾਂ 'ਚ ਰਹਿ ਗਈ। ਮੈਨੂੰ ਗੱਲ ਚੇਤਾ, ਅਸੀਂ ਜਿੰਮ ਵਿੱਚ ਸੀਗੇ, ਅਸੀਂ ਉੱਥੇ ਇੱਦਾਂ ਗੱਲ ਚੱਲ ਪਈ, ਅਤੇ ਇੱਕ ਬੰਦੇ ਨੇ ਕਿਹਾ ਯਾਰ ਤੁਸੀਂ ਗੱਲਾਂ ਕਰਦੇ, ਮੈਂ ਘੱਟ ਤੋਂ ਘੱਟ 100 ਬੰਦਾ ਮੰਗਾਇਆ ਹੋਣਾ। ਉਹ ਕਹਿੰਦਾ ਗਿਣਤੀ ਨਾ ਕਰੋ, ਤੁਹਾਨੂੰ ਮਿਲਦੇ ਕਿੰਨੇ ਆ? ਮਿਲਦਾ ਨਹੀਂ ਕੋਈ ਵੀ, ਕਹਿੰਦਾ ਬੁਲਾਉਂਦਾ ਨਹੀਂ ਕੋਈ ਵੀ, ਮੰਗਾਈ ਆ। ਸੰਘਾ ਸਾਹਿਬ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਹਨ ਜਿਹੜੇ ਕਿ ਆਪਾਂ ਨੂੰ ਜਾਣਨੇ, ਮੈਂ ਸਮਝਦਾ ਕਿ ਜ਼ਰੂਰੀ ਹੈ। ਸੰਘਾ ਖਾਲਸਾ ਪਿੰਡ ਦੇ ਵਾਸੀ ਨਰਮਨ ਸਿੰਘ ਸੰਘਾ ਜੀ, ਇਹਨਾਂ ਨੇ ਆਪਣੇ ਪਿੰਡ ਵਿੱਚ ਵੀ ਇੱਕ ਬਹੁਤ ਉਮਦਾ ਕੰਮ ਕੀਤਾ, ਜਿਹੜਾ ਕਿ ਪੂਰੇ ਪੰਜਾਬ ਤੋਂ ਨਹੀਂ ਹੋ ਸਕਿਆ। ਇਹਨਾਂ ਨੇ ਜਿਹੜੇ ਸੰਘਾ ਖਾਲਸਾ ਦੇ ਵਾਸੀ ਬਾਹਰ ਆਏ ਆ, ਜਿੱਥੇ ਨਹੀਂ ਪਹਿਲਾਂ ਕਵਿਤਾ ਸੁਣਾਈ ਆ ਕਿ ਵੀ ਕਰਦੇ ਆ ਰੱਜ ਕੇ ਕਮਾਈ ਇੰਗਲੈਂਡੀਏ, ਇਹਨਾਂ ਨੇ ਉਸ ਕਮਾਈ ਨੂੰ ਜਾਇਜ਼ ਤਰੀਕੇ ਨਾਲ ਕਮਾਇਆ ਅਤੇ ਜਾਇਜ਼ ਤਰੀਕੇ ਨਾਲ ਹੀ ਲਾਇਆ, ਔਰ ਪਿੰਡ ਦੀ ਸਾਫ਼ ਸਫਾਈ ਦੇ ਵਿੱਚ ਬਹੁਤ ਉਮਦਾ ਰੋਲ ਪਲੇ ਕਰਕੇ ਇਹਨਾਂ ਨੇ ਆਪਣੇ ਪਿੰਡ ਨੂੰ ਇੱਕ ਸਵਰਗ ਕਹਿ ਲਓ ਜਾਂ ਪੂਰੇ ਪੰਜਾਬ ਦੇ ਵਿੱਚੋਂ ਨੰਬਰ 1 ਕੀਤਾ। ਆਪਾਂ ਇਹ ਨਾ ਕੋਈ ਜਾਣਦੇ ਵੀ ਉਹ ਕ੍ਰਿਸ਼ਮਾ ਕੀ ਹੈ ਜਿਹਦੇ ਕਰਕੇ ਨਰਮਨ ਸੰਘਾ ਪੂਰੀ ਦੁਨੀਆ ਵਿੱਚ ਇੱਕ ਖਾਸ ਸ਼ਖਸੀਅਤ ਹੋਣ ਦੇ ਨਾਤੇ ਜਾਣਿਆ ਜਾਂਦਾ ਹੈ, ਜਿਸ ਕਰਕੇ ਆਪਾਂ ਨੂੰ ਬੁਲਾਇਆ। ਨਰਮਨ ਸੰਘਾ ਜੀ ਅੱਜ ਦੇ ਸਪੈਸ਼ਲ ਗੈਸਟ ਹਨ।
ਨਵਨ ਸਿੰਘ ਜੀ, ਜਿਹੜਾ ਤੁਹਾਡੇ ਪਿੰਡ ਵਿੱਚ ਤੁਸੀਂ ਕ੍ਰਿਸ਼ਮਾ ਕੀਤਾ ਉਹ ਬਾਰੇ ਦੱਸੋ ਕਿੱਦਾਂ ਹੋਇਆ? ਐਕਚੁਅਲੀ ਇੱਦਾਂ ਜਦੋਂ ਤੁਸੀਂ ਹੈ ਨਾ ਸਮਾਜ ਲਈ ਕੁਝ ਕਰਨਾ ਹੁੰਦਾ, ਹਾਂਜੀ, ਤੇ ਤੁਹਾਨੂੰ ਪਹਿਲਾਂ ਆਪਣੇ ਤੋਂ ਸ਼ੁਰੂ ਕਰਨਾ ਪੈਂਦਾ, ਆਪਣੇ ਘਰ ਤੋਂ ਸ਼ੁਰੂ ਕਰਨਾ ਪੈਂਦਾ। ਹਾਂਜੀ। ਤੇ ਫਿਰ ਜਦੋਂ ਤੁਸੀਂ ਦਾਇਰਾ ਵਧਾਉਣਾ ਫਿਰ ਆਪਣੇ ਪਿੰਡ ਤੋਂ ਸ਼ੁਰੂ ਕਰਨਾ ਪੈਂਦਾ। 14 ਸਾਲ ਦੀ ਉਮਰ ਦੇ ਵਿੱਚ ਇੱਥੇ ਆ ਜਾਣਾ, ਹਾਂਜੀ, ਪਰ ਉਹ ਜਿਹੜੇ ਬਚਪਨ ਦੇ ਦਿਨ ਉੱਥੇ ਬਿਤਾਏ ਉਹ ਕਦੇ ਵੀ ਦਿਮਾਗ ਵਿੱਚੋਂ ਨਾ ਜਾਣੇ। ਉਹ ਇੱਕ ਕਾਰਨ ਸੀ ਵੀ ਉਹ ਪਿੰਡ ਜਿੱਥੇ ਅਸੀਂ ਜੰਮੇ ਪਲੇ ਜਵਾਨੀ ਵਿੱਚ ਪੈਰ ਰੱਖਿਆ ਕਹਿ ਲਓ, ਜਿਹੜੇ ਲੋਕ ਪਿੱਛੇ ਰਹਿ ਗਏ, ਜਿਹੜੇ ਨਹੀਂ ਆ ਸਕੇ, ਉਹਨਾਂ ਬਾਰੇ ਦਿਲ ਵਿੱਚ ਇੰਨਾ ਹੁੰਦਾ ਸੀ ਵੀ ਜਿਹੜਾ ਕੋਈ ਪਿੱਛੇ ਰਹਿ ਗਿਆ ਉਹਦੇ ਲਈ ਕੁਛ ਆਪਾਂ ਕਰਦੇ ਰਹੀਏ ਤਾਂ ਹੀ ਫਾਇਦਾ ਹੈਗਾ ਇਸ ਜ਼ਿੰਦਗੀ ਜਿਉਣ ਦਾ। ਅਦਰਵਾਈਜ਼ ਆਪਣੇ ਲਈ ਤੇ ਹਰ ਕੋਈ ਕਰਦਾ ਹੈਗਾ। ਇਸ ਕਰਕੇ ਕੁਛ ਗੱਲਾਂ ਜਾਣੀ ਕਿ 1992 ਤੋਂ ਅਸੀਂ ਲਿਖੀਆਂ ਸੀਗੀਆਂ। ਇੱਕ ਸੀਗਾ ਗੰਦੇ ਪਾਣੀ ਦਾ ਨਿਕਾਸ ਪਿੰਡਾਂ ਵਿੱਚ ਕਿੱਦਾਂ ਹੋਵੇ, ਉਹਦੇ ਬਾਰੇ ਅੱਗੇ ਵੀ ਆਪਾਂ ਗੱਲ ਕਰ ਚੁੱਕੇ ਹਾਂ। ਪਰ ਨਾਲ ਨਾਲ ਅਸੀਂ ਜਿਹੜਾ ਆਪਣਾ ਅੱਜ ਸਾਹਿਤ ਦੀ ਗੱਲ ਹੈਗੀ ਆ, ਇਹਨੂੰ ਕਿੱਦਾਂ ਆਪਾਂ ਕੰਪਲੇਨ ਕਰਦੇ ਰਹਿੰਦੇ ਹਾਂ ਵੀ ਕਿਤਾਬਾਂ ਛਪਦੀਆਂ ਆ, ਕੋਈ ਪੜ੍ਹਦਾ ਨਹੀਂ। ਹਾਂ, ਇਹ ਗੱਲ ਹੈਗੀ ਆ, ਪਰ ਸਾਨੂੰ ਇਹਦੇ ਵਿੱਚ ਵੀ ਕੁਛ ਨਾ ਕੁਛ ਕਰਨਾ ਚਾਹੀਦਾ। ਇਹ ਸੋਚ ਕੇ ਅਸੀਂ ਮਤਲਬ ਹਰ ਸਾਲ ਮਤਲਬ ਅਸੀਂ ਇੱਕ ਫੰਕਸ਼ਨ ਲਿਖਦੇ ਹਾਂ। ਠੀਕ। ਹਰ ਸਾਲ ਇੱਕ ਫੰਕਸ਼ਨ 12, 13, 14 ਜਨਵਰੀ ਨੂੰ ਕਰਦੇ ਹਾਂ। ਉੱਥੇ ਫਿਰ ਸਕੂਲਾਂ ਦੇ ਉਹ ਬੱਚੇ ਜਿਹੜੇ ਜਵਾਨੀ ਵਿੱਚ ਪੈਰ ਰੱਖਣ ਦੇ ਲਈ ਤਿਆਰ ਹੁੰਦੇ ਆ 10ਵੀਂ ਤੋਂ 12ਵੀਂ ਤੱਕ, ਉਹ ਜਿਹੜੇ ਪੰਜਾਬ ਦੇ ਆਪਣੇ ਸਾਡੇ ਮੰਜਕੀ ਦੇ 3 ਬਲਾਕਸ ਹੈਗੇ ਆ, ਨਕੋਦਰ, ਨੂਰਮਹਿਲ, ਰੁੜਕਾ, ਇਹਨਾਂ ਦੇ ਹਾਈ ਸਕੂਲ ਜਿਹੜੇ 24-25 ਹਾਈ ਸਕੂਲ, ਉਹਨਾਂ ਦੇ ਜਿਹੜੇ ਉਹ ਕਰੀਮ ਹੁੰਦੀ ਆ, ਉਹਨਾਂ ਬੱਚਿਆਂ ਨੂੰ ਬੁਲਾ ਕੇ ਉਹਨਾਂ ਨੂੰ ਫਿਰ ਲਿਟਰੇਚਰ ਵੰਡਣਾ ਹੁੰਦਾ। ਠੀਕ ਹੈ। ਅਤੇ ਇਹ ਕਿਤਾਬਾਂ ਜਿਹੜੀਆਂ ਤੁਹਾਨੂੰ ਚੰਗੀਆਂ ਸੇਧ ਦਿੰਦੀਆਂ ਹੋਣ, ਉਹ ਫਿਰ ਉੱਥੇ ਉਹਨਾਂ ਨੂੰ ਪ੍ਰੋਵਾਈਡ ਕਰੀ ਦੀਆਂ ਹੈਗੀਆਂ। ਇਹ ਇੱਕ ਮਤਲਬ ਜੇ ਤੁਹਾਡਾ ਫਰਜ਼ ਬਣਦਾ ਵੀ ਸਾਹਿਤ ਜੇ ਤੁਸੀਂ ਲਿਖਦੇ ਆ, ਅਤੇ ਜੇ ਲੱਗਦਾ ਆ ਵੀ ਇਹ ਪੜ੍ਹਦਾ ਨਹੀਂ ਕੋਈ, ਅਤੇ ਸਾਨੂੰ ਪਾਠਕ ਵੀ ਪੈਦਾ ਕਰਨੇ ਪੈਣਗੇ। ਠੀਕ ਹੈ। ਉਹਨਾਂ ਬੱਚਿਆਂ ਨੂੰ ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਵੀ। ਦੂਸਰੀ ਗੱਲ ਹੈ, ਸਮਾਜ ਨੂੰ ਸੇਧ ਦੇਣ ਲਈ ਕਈਆਂ ਥਾਂ ਤੋਂ ਸੁਣਿਆ, ਜਿਹੜੇ ਬੁੱਧੀਜੀਵੀ ਆ ਉਹ ਇਹ ਵੀ ਕਹਿੰਦੇ ਆ ਵੀ ਸਾਰਿਆਂ ਨਾਲੋਂ ਵੱਡਾ ਸਮਾਜ ਨੂੰ ਚੇਂਜ ਕਰਨ ਦਾ ਜ਼ਰੀਆ ਹੈਗਾ ਨਾਟਕ। ਅਸੀਂ ਉਹ ਨਾਟਕ ਵੀ ਹਰ ਸਾਲ ਕਰਾਉਂਦੇ ਹਾਂ ਤਾਂ ਕਿ ਆਉਣ ਵਾਲੇ ਪੀੜ੍ਹੀ ਜਿਹੜੀ ਆ, ਬੱਚੇ ਜਿਹੜੇ ਆ, ਉਹਨਾਂ ਨੂੰ ਕੋਈ ਨਾ ਕੋਈ ਸੇਧ ਮਿਲੇ। ਔਰ ਇਹ ਸਾਰਾ ਲਿਟਰੇਚਰ ਵਿੱਚ ਹੀ ਆਉਂਦਾ ਆ। ਜੇ ਆਪਾਂ ਲਿਖਦੇ ਹਾਂ ਤੇ ਆਪਾਂ ਨੂੰ ਦੇਣ ਲਈ ਮਤਲਬ ਸਮਾਜ ਨੂੰ ਕਿੱਦਾਂ ਚੇਂਜ ਕਰਨਾ, ਸਾਡਾ ਜਿੰਨਾ ਕੁ ਫਰਜ਼ ਸਾਡਾ ਬਣਦਾ, ਆਪਾਂ ਇੱਦਾਂ ਕਰਦੇ ਹਾਂ ਵੀ। ਉੱਦਾਂ ਤਾਂ ਬਹੁਤ ਇੱਦਾਂ ਨਹੀਂ ਹੈ ਵੀ ਹੁੰਦਾ ਨਹੀਂ, ਹੋ ਰਿਹਾ ਹੈ ਕੰਮ। ਪਿੰਡਾਂ ਵਿੱਚ ਸਾਰੇ ਆਪਣੇ ਆਪਣੇ ਪਿੰਡ ਲਈ ਕੁਛ ਨਾ ਕੁਛ ਕਰਦੇ ਆ, ਸਾਰੇ ਤਤਪਰ ਆ। ਪਰ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਸਾਹਿਤ ਦੇ ਖੇਤਰ ਵਿੱਚ ਜਾਂ ਸਾਫ਼ ਸਫਾਈ ਦੇ ਖੇਤਰ ਵਿੱਚ, ਤੁਹਾਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸੋ ਅਸੀਂ ਸਾਹਿਤ ਦੇ ਖੇਤਰ ਵਿੱਚ ਹੀ ਕੁਛ ਆਪਣਾ ਯੋਗਦਾਨ ਹਰ ਸਾਲ ਪਾਉਂਦੇ ਹਾਂ ਜੀ। ਠੀਕ ਹੈ। ਅਤੇ ਦੂਸਰੀ ਇੱਕ ਹੋਰ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਵੀ, ਮੈਂ ਆਪਣੀਆਂ ਕਵਿਤਾਵਾਂ ਦੀਆਂ ਸਿਰਫ ਇੱਕ ਕਿਤਾਬ ਛਪਾਈ ਆ, ਪਰ 10 ਕਿਤਾਬਾਂ ਮੈਂ ਉਹਨਾਂ ਕਵੀਆਂ ਦੀਆਂ ਛਪਾਈਆਂ ਜਿਹੜੇ ਅਫੋਰਡ ਨਹੀਂ ਕਰ ਸਕਦੇ ਸੀ। ਉੱਥੇ ਪੰਜਾਬ ਦੇ ਵਿੱਚ ਬਹੁਤ ਵਧੀਆ ਲੇਖਕ ਹੈਗੇ ਆ, ਬਹੁਤ ਵਧੀਆ ਲਿਟਰੇਚਰ ਲੋਕਾਂ ਨੂੰ ਉਹ ਵੰਡਣ ਵਾਲਾ ਲਿਟਰੇਚਰ ਲਿਖਦੇ ਆ, ਪਰ ਉਹ ਛਪਾ ਨਹੀਂ ਸਕਦੇ। ਅਤੇ ਮੇਰਾ ਮੰਨਣਾ ਇਹ ਆ ਵੀ ਉਹਨਾਂ ਨੂੰ ਵੀ ਮੋਹਰੇ ਲਿਆਉਣ ਲਈ ਜੇ ਆਪਾਂ ਕੁਛ ਬਾਹਰ ਬੈਠੇ ਕਰ ਸਕਦੇ ਹੋਈਏ ਤਾਂ ਆਪਾਂ ਨੂੰ ਕਰ ਦੇਣਾ ਚਾਹੀਦਾ, ਤਾਂ ਕਿ ਉਹ ਇੱਕ ਵੀ ਕਿਤਾਬ ਕਿਸੇ ਦੀ ਇੱਕ ਵੀ ਬੱਚੇ ਕੋਲ ਚੱਲ ਗਈ, ਉਹਦੀ ਜ਼ਿੰਦਗੀ ਬਦਲ ਗਈ, ਆਪਣਾ ਹਿੱਸਾ ਜਿਹੜਾ ਉਹ ਆਪਾਂ ਕਰ ਲਿਆ ਸਮਝੋ। ਸੋ ਇੱਦਾਂ ਦੀ ਕੁਛ ਸੋਚ ਹੈ, ਇਸ ਸੋਚ 'ਤੇ ਚੱਲੀ ਜਾਂਦੇ ਹਾਂ ਜੀ। ਇਹ ਸੰਘਾ ਸਾਹਿਬ ਜੀ ਨੇ ਇੱਕ ਮੈਸੇਜ ਦਿੱਤਾ ਸਪੈਸ਼ਲ ਗੈਸਟ ਦੇ ਸਰੋਤਿਆਂ ਨੂੰ, ਜਿਹੜੇ ਸਾਡੇ ਵਾਚਕ ਹਨ, ਕਿ ਵੀ ਆਪਾਂ ਜਿੱਦਾਂ ਮੈਂ ਗੱਲ ਪਹਿਲਾਂ ਕਰ ਰਿਹਾ ਸੀਗਾ ਕਿ ਵੀ ਅਸੀਂ ਪੰਜਾਬੀ ਕਹਾਉਂਦੇ ਹਾਂ, ਪੰਜਾਬੀ ਹੈਗੇ ਹਾਂ, ਪੰਜਾਬੀ ਬੋਲਦੇ ਹਾਂ, ਪੰਜਾਬੀ 'ਚ ਪੜ੍ਹ ਕੇ ਅਸੀਂ ਫਖਰ ਮਹਿਸੂਸ ਕਰਦੇ ਹਾਂ। ਪੰਜਾਬੀ ਦੀ ਸੇਵਾ ਇਹਦੇ ਵਿੱਚ ਆ ਕਿ ਜੇ ਸਾਡੇ ਕੋਲ
ਕੁਛ ਹੈ ਕਰਨ ਵਾਸਤੇ। ਉਹ ਇਹ ਹੈ ਕਿ ਵੀ ਜੇ ਕੋਈ ਪੰਜਾਬੀ ਵਿੱਚ ਵਧੀਆ ਲਿਖਦਾ, ਵਧੀਆ ਉਹ ਕਿ ਜਿਹੜਾ ਸਮਾਜ ਨੂੰ ਚੰਗੇ ਪਾਸੇ ਨੂੰ ਤੋਰ ਸਕੇ, ਚੰਗਾ ਰੋਲ ਪਲੇ ਕਰ ਸਕੇ, ਉਸ ਲੇਖਣੀ ਨੂੰ ਆਪਾਂ ਨੂੰ ਲੋਕਾਂ ਦੇ ਵਿੱਚ ਪਹੁੰਚਾਉਣਾ ਹੁੰਦਾ ਹੈ। ਉਹਦੇ ਪਹੁੰਚਾਉਣ ਦੇ ਤਰੀਕੇ ਹੁੰਦੇ ਆ। ਇੱਕ ਹੈਗਾ ਕਿ ਬੰਦਾ ਕੋਈ ਲਿਖਦਾ, ਉਹਦੀਆਂ ਕਿਤਾਬਾਂ ਛਪਾਈਆਂ ਜਾਣ। ਕਈ ਜਿਹੜੇ ਬਹੁਤ ਵਧੀਆ ਬੁਲਾਰੇ ਆ, ਉਹਨਾਂ ਨੂੰ ਆਪਣੇ ਫੰਕਸ਼ਨਾਂ ਵਿੱਚ ਬੁਲਾ ਕੇ ਉਹਨਾਂ ਕੋਲੋਂ ਵਧੀਆ ਸਪੀਚਸ ਕਰਾ ਲੈਣੀ। ਇਹ ਵੀ ਇੱਕ ਤਰੀਕਾ ਆ, ਕਿਉਂਕਿ ਹਰ ਇੱਕ ਬੰਦਾ ਲਿਖਦਾ ਨਹੀਂ ਹੈ, ਹਰ ਇੱਕ ਬੰਦਾ ਬੋਲਦਾ ਨਹੀਂ ਹੈ। ਜਿਹੜਾ ਬੰਦਾ ਬੋਲ ਸਕਦਾ, ਮੈਂ ਆਮ ਤੌਰ 'ਤੇ ਕਿਹਾ ਕਰਦਾ ਕਿ ਜਿਹੜਾ ਬੰਦਾ ਬੋਲ ਸਕਦਾ ਉਹ ਬੋਲ ਕੇ ਸਹੀ ਗੱਲ ਦਾ ਪ੍ਰਚਾਰ ਕਰੇ, ਜਿਹੜਾ ਬੰਦਾ ਲਿਖ ਸਕਦਾ ਉਹ ਲਿਖ ਕੇ ਕਰੇ, ਅਤੇ ਜਿਹੜਾ ਬੰਦਾ ਨਾ ਲਿਖ ਸਕਦਾ ਨਾ ਬੋਲ ਸਕਦਾ ਉਹ ਫਿਰ ਥੋੜ੍ਹੇ ਜਿਹੇ ਪੈਸੇ ਖਰਚ ਕੇ ਉਹਨਾਂ ਦੀ ਸਪੋਰਟ ਕਰੇ, ਤਾਂ ਕਿ ਜਿਹੜੀ ਸਾਡੀ ਪੰਜਾਬੀ ਦੀ ਜਿਹੜੀ ਹੈਗੀ ਹੈ ਸਾਡੀ ਸ਼ੋਹਰਤ ਪੰਜਾਬੀ ਜ਼ੁਬਾਨ ਦੀ, ਉਹਨੂੰ ਅੱਗੇ ਤੋਰਿਆ ਜਾਣਾ ਚਾਹੀਦਾ ਹੈ। ਅਤੇ ਸੰਗਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਬਹੁਤ ਮਦਦ ਦੀ ਗੱਲ ਕੀਤੀ। ਅੱਛਾ, ਹੋਰ ਜਿਹੜੀ ਤੁਹਾਡੀ ਵਿਚਾਰਧਾਰਾ ਆ, ਕਿਉਂਕਿ ਆਪਾਂ ਹੁਣ ਵਧੀਆ ਲੇਖਣ ਦੀ ਗੱਲ ਕਰਦੇ ਹਾਂ, ਹਰ ਇੱਕ ਬੰਦਾ ਇਹ ਸਮਝਦਾ ਕਿ ਵਧੀਆ ਕੀ ਆ, ਉਹਦੇ ਵਿੱਚ ਬੰਦਾ ਧਾਰਮਿਕ ਜਿਹੜੀ ਅਵਸਥਾ ਨਾਲ ਜੁੜਿਆ ਆ ਬੰਦਾ। ਹਰ ਇੱਕ ਬੰਦਾ ਕਹਿੰਦਾ ਵੀ ਜਿਹੜੀ ਚੀਜ਼ ਨੂੰ ਮੈਂ ਮੰਨਦਾ, ਜਿੱਥੇ ਮੇਰਾ ਵਿਸ਼ਵਾਸ ਆ, ਉਸ ਗੱਲ ਨੂੰ ਅੱਗੇ ਤੋਰਿਆ ਜਾਵੇ। ਹੁਣ ਜਿਹੜਾ ਸਾਡਾ ਸਮਾਜ ਉਹ ਵੰਡ ਹੋਇਆ ਆ, ਇੱਕ ਤਾਂ ਹੁੰਦਾ ਗਰੀਬ ਅਮੀਰ, ਦੋ ਸਮਾਜ ਹੁੰਦੇ, ਲੇਕਿਨ ਸਾਡਾ ਤਾਂ ਸਾਡੀ ਚਾਦਰ ਲੀਰਾਂ ਹੀ ਇੰਨੀਆਂ ਹੋਈਆਂ ਆ, ਸਾਨੂੰ ਆਪ ਨਹੀਂ ਗੱਲ ਹੁੰਦੀਆਂ। ਅਤੇ ਕਿਹੋ ਜਿਹਾ ਜਿਹੜਾ ਸਾਡਾ ਪ੍ਰਚਾਰ ਹੋਣਾ ਚਾਹੀਦਾ, ਕਿਹੋ ਜਿਹਾ ਲਿਟਰੇਚਰ ਤੁਸੀਂ ਚਾਹੁੰਦੇ ਹੋ ਕਿ ਉਹ ਹੋਣਾ ਚਾਹੀਦਾ ਲੋਕਾਂ ਵਿੱਚ? ਕਿਉਂਕਿ ਹੁਣ ਜਿਹੜੇ ਬੰਦੇ ਜਾਤ ਪਾਤ ਮੰਨਦੇ ਉਹ ਵੀ ਕਹਿੰਦੇ ਵੀ ਜਾਤ ਪਾਤ ਵੀ ਸਹੀ, ਉਹਨੂੰ ਵੀ ਸਹੀ ਕਰਾ ਦਿੰਦੇ ਆ, ਉਹਨੂੰ ਵੀ ਉਹ ਕਹਿੰਦੇ ਆ ਵੀ ਸਾਡਾ ਵਿਰਸਾ ਆ। ਅਤੇ ਕਿਹੋ ਜਿਹੀ ਲੇਖਣੀ ਲੋਕਾਂ ਵਿੱਚ ਸਾਨੂੰ ਬਣਨੀ ਚਾਹੀਦੀ ਹੈ? ਐਕਚੁਅਲੀ ਤੁਹਾਨੂੰ ਸਵਾਲ ਤਾਂ ਪੁੱਛਿਆ ਕਿਉਂਕਿ ਤੁਸੀਂ ਇਸ ਫੀਲਡ ਦੇ ਵਿੱਚ ਆ ਚੁੱਕੇ ਆ, ਤੁਸੀਂ ਇਹ ਕੰਮ ਕਰਦੇ ਆ, ਤੁਸੀਂ ਇਹ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਵੀ ਕਿਹੋ ਜਿਹਾ ਪ੍ਰਚਾਰ ਲੋਕਾਂ ਵਿੱਚ ਪਹੁੰਚੇ ਤਾਂ ਲੋਕਾਂ ਦਾ ਭਲਾ ਹੁੰਦਾ, ਤਾਂ ਕਿਹੋ ਜਿਹਾ ਪਹੁੰਚੇ ਤਾਂ ਲੋਕਾਂ ਦਾ ਨੁਕਸਾਨ ਹੁੰਦਾ। ਪਰ ਐਕਚੁਅਲੀ ਜਿਹੜਾ ਲਿਟਰੇਚਰ ਆ, ਮੈਂ ਸਮਝਦਾ ਵੀ ਵਿਗਿਆਨਕ ਜਿਹੜਾ ਲਿਟਰੇਚਰ ਹੈ, ਵਿਗਿਆਨਕ ਉਹ ਸੋਚ ਅੱਗੇ ਆਉਣੀ ਚਾਹੀਦੀ ਹੈ। ਠੀਕ ਹੈ। ਔਰ ਵਿਗਿਆਨਕ ਸੋਚ ਕੀ ਆ, ਜਿਹੜੀ ਸਾਡੇ ਗੁਰੂਆਂ ਦੀ, ਗੁਰੂ ਨਾਨਕ ਸਾਹਿਬ ਹੋਏ, ਗੁਰੂ ਰਵਿਦਾਸ ਜੀ ਹੋਏ, ਉਹਨਾਂ ਦੀ ਇਨਕਲਾਬੀ ਸੋਚ ਸੀ, ਉਹ ਵੀ ਵਿਗਿਆਨਕ ਸੋਚ ਸੀ। ਪਰ ਪੁਜਾਰੀ ਨੇ ਉਹਨੂੰ ਵਿਗਿਆਨਕ ਸੋਚ ਨਹੀਂ ਰਹਿਣ ਦਿੱਤਾ। ਪਰ ਜਿਹੜੇ ਉਹਨਾਂ ਦੀ ਜਦੋਂ ਅਸੀਂ ਉਹਨਾਂ ਦੀ ਰਿਸਰਚ ਕਰਕੇ ਉਹਨਾਂ ਦਾ ਜਿਹੜਾ ਮੈਸੇਜ ਆ ਰਿਸਰਚ ਕਰਾਂਗੇ, ਉਦੋਂ ਵਿਗਿਆਨਕ ਸੋਚ ਹੈ। ਸਹੀ ਗੱਲ। ਸੋ ਸਾਨੂੰ ਵਿਗਿਆਨਕ ਸੋਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ। ਲਿਟਰੇਚਰ ਵੀ ਵਿਗਿਆਨਕ ਸੋਚ ਦੇ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਆ ਉਹ ਅੱਗੇ ਵੰਡਣਾ ਚਾਹੀਦਾ। ਉਹ ਜਿਹੜਾ ਸਾਨੂੰ ਵਹਿਮਾਂ ਭਰਮਾਂ 'ਚੋਂ ਕੱਢ ਸਕੇ, ਜਿਹੜਾ ਸਾਨੂੰ ਜਾਤਾਂ ਪਾਤਾਂ 'ਚੋਂ ਕੱਢ ਸਕੇ, ਇੱਕ ਵਧੀਆ ਇਨਸਾਨ ਬਣਾ ਸਕੇ। ਬਹੁਤ ਜੀ। ਦੇਖੋ ਜੀ, ਅੱਜ ਦੇ ਪ੍ਰੋਗਰਾਮ ਵਿੱਚ ਕਿੰਨੀਆਂ ਤੁਹਾਨੂੰ ਵਧੀਆ ਗੱਲਾਂ ਸੁਣਨ ਨੂੰ ਮਿਲਦੀਆਂ, ਕਿੰਨੇ ਵਧੀਆ ਵਿਚਾਰ ਸੁਣਨ ਨੂੰ ਮਿਲਦੇ ਆ। ਗੱਲ ਉਹ ਹੀ ਵਧੀਆ ਲੱਗਦੀ ਆ ਜਿਹਦੇ ਗੱਲ ਦੇ ਵਿੱਚ ਤਰਕ ਹੋਵੇ। ਸਾਨੂੰ ਭਾਈਚਾਰਾ ਪੈਦਾ ਕਰਨਾ ਚਾਹੀਦਾ ਹੈ। ਉਹ ਕਿਤਾਬਾਂ ਲੋਕਾਂ ਵਿੱਚ ਪ੍ਰਚਲਿਤ ਕਰੋ, ਉਹ ਕਿਤਾਬਾਂ ਲੋਕਾਂ ਵਿੱਚ ਵੰਡੋ ਜਿਹਦੇ ਨਾਲ ਸਹਿਯੋਗਤਾ ਵੱਧਦੀ ਹੈ, ਭਾਈਚਾਰਾ ਪੈਦਾ ਹੁੰਦਾ ਹੈ। ਜਿਨ੍ਹਾਂ ਕਿਤਾਬਾਂ ਵਿੱਚ ਵੱਖਰਾਪਨ ਲਿਖਿਆ ਆ, ਵੱਖਰਾਪਨ ਕਰਨ ਨੂੰ ਤਰਜੀਹ ਦਿੱਤੀ ਗਈ ਆ, ਉਹ ਕਿਤਾਬਾਂ ਸਾਡੇ ਸਮਾਜ ਲਈ ਫਾਇਦੇਮੰਦ ਨਹੀਂ ਹੈ, ਉਹ ਨੁਕਸਾਨ ਪਹੁੰਚਾ ਰਹੀਆਂ। ਉਹਨਾਂ ਨੂੰ ਤੁਹਾਨੂੰ ਪਰਹੇਜ਼, ਬਲਕਿ ਤਾਂ ਨਹੀਂ ਟੋਟਲੀ ਪਰਹੇਜ਼ ਤਾਂ ਚਲੋ ਬਾਅਦ ਦੀ ਗੱਲ ਹੈ, ਕਿ ਉਹ ਕਿਤਾਬਾਂ ਨੂੰ ਬਿਲਕੁਲ ਕੰਡਮ ਕਰਨਾ ਚਾਹੀਦਾ ਸਾਨੂੰ। ਅਤੇ ਆਪਾਂ ਐਕਚੁਅਲੀ ਗੱਲ ਲੰਬੀ ਚੱਲ ਗਈ, ਆਪਾਂ ਕਵਿਤਾਵਾਂ ਦਾ ਜਿਹੜਾ ਦੌਰ ਉਹ ਭੁੱਲ ਗਏ। ਅਤੇ ਹੁਣ ਮੈਂ ਗੱਲ ਹੋਰ ਨਹੀਂ ਕਰਦਾ, ਕਵਿਤਾ ਕੋਈ ਹੋਰ ਤੁਹਾਡੇ ਮਨਪਸੰਦ ਦੀ ਹੋ ਜਾਏ। ਜੇ ਆਪਣੇ ਕੋਲ ਟਾਈਮ ਹੈਗਾ ਤਾਂ ਇੱਕ ਕਵਿਤਾ ਹੋਰ ਪੜ੍ਹ ਦਿੰਦੇ। ਆਪਣੇ ਕੋਲ ਟਾਈਮ ਹੈਗਾ, ਆਪਣੇ ਕੋਲ 15 ਮਿੰਟ ਪਏਗਾ। ਇਹ ਕਵਿਤਾ ਹੈ, ਇੱਕ ਦਰਦ ਹੈ। ਜਦੋਂ ਪਹਿਲੋਂ ਆਪਾਂ ਇੱਥੇ ਆਏ ਹਾਂ, ਹਾਂਜੀ, ਅਤੇ ਆਪਾਂ ਇੱਥੇ ਕਹਿੰਦੇ ਹੁੰਦੇ ਸੀ ਵੀ ਸਾਨੂੰ ਮਾਣ ਆ, ਅਸੀਂ ਪੰਜਾਬੀ ਹਾਂ। ਹਾਂਜੀ, ਠੀਕ ਹੈ। ਅਤੇ ਜਿੱਦਾਂ ਅਸੀਂ ਇੱਥੇ ਐਸਟੈਬਲਿਸ਼ ਹੁੰਦੇ ਗਏ, ਇੱਥੇ ਵੀ ਅਤੇ ਉੱਥੇ ਵੀ ਸਾਡੀ ਕਦਰਾਂ ਕੀਮਤਾਂ ਦੇ ਵਿੱਚ
ਨਿਗਾਰ ਆਉਂਦਾ ਗਿਆ। ਮੈਂ ਤੁਹਾਨੂੰ ਦੱਸਦਾ, ਜਦੋਂ ਅਸੀਂ ਕੰਸਟਰਕਸ਼ਨ ਵਿੱਚ ਸੀਗੇ, ਸਾਡਾ ਜਿਹੜਾ ਅਕਾਊਂਟੈਂਟ ਸੀਗਾ, ਉਹ ਕਹਿੰਦਾ ਵੀ ਕੋਈ ਸਮਾਂ ਇੱਦਾਂ ਦਾ ਸੀ ਵੀ ਜਦ ਜਿਹੜੀ ਫਾਈਲ ਦੇ ਉੱਤੇ ਹੈ ਨਾ ਸਿੰਘ ਲਿਖਿਆ ਹੁੰਦਾ ਸੀ, ਅਤੇ ਉਹ ਇਨਕਮ ਟੈਕਸ ਵਾਲੇ ਜਿਹੜੇ ਹੁੰਦੇ ਉਹ ਕਹਿੰਦੇ ਹੁੰਦੇ ਸੀ ਇਹਨੂੰ ਇੱਕ ਪਾਸੇ ਕਰ ਦਿਓ, ਇਹ ਤਾਂ ਵਧੀਆ, ਇਹਦੇ ਵਿੱਚ ਕੋਈ। ਕਹਿੰਦਾ ਹੁਣ ਉਹ ਸਮਾਂ ਇੰਨਾ ਬਦਲ ਗਿਆ ਵੀ ਜਿਹਦੇ ਉੱਤੇ ਲਿਖਿਆ ਹੁੰਦਾ ਸਿੰਘ, ਉਹ ਕਹਿੰਦੇ ਇਹਨੂੰ ਇੱਧਰ ਰੱਖੋ, ਇਹਨੂੰ ਪਹਿਲਾਂ ਚੈੱਕ ਕਰੋ। ਅਸੀਂ ਇੰਨੀਆਂ ਸਾਡੀਆਂ ਕਦਰਾਂ ਕੀਮਤਾਂ ਸੀ ਖਰਾਬ ਕਰ ਲਈਆਂ। ਇੰਸ਼ੋਰੈਂਸ ਦੇ ਪੈਸੇ ਲੈ ਕੇ ਅਸੀਂ ਫਰਾਡ ਕੀ ਨਹੀਂ ਕੀਤਾ, ਫਰਾਡ ਕੀ ਨਹੀਂ ਕੀਤਾ ਉਹਦਾ। ਉਹ ਇੱਥੇ ਵੀ ਅਤੇ ਉੱਥੇ ਵੀ ਇੱਦਾਂ ਮਹਿਸੂਸ ਹੁੰਦਾ ਸੀ ਵੀ ਹੁਣ ਅਸੀਂ ਮਤਲਬ ਆਪਣੇ ਆਪ ਨੂੰ ਕਿੱਦਾਂ ਕਹੀਏ ਅਸੀਂ ਪੰਜਾਬੀ ਹਾਂ। ਉਹ 'ਤੇ ਕਵਿਤਾ ਲਿਖੀ ਸੀਗੀ, ਸੁਣ ਸੁਣ ਕੇ ਅਨਹੋਣੀਆਂ ਅਸੀਂ ਹੌਕੇ ਭਰੀਏ, ਮਾਣ ਪੰਜਾਬੀ ਹੋਣ ਦਾ ਦੱਸ ਕਿੱਦਾਂ ਕਰੀਏ। ਜਿੱਥੇ ਥਾਂ ਥਾਂ ਖਤਰਾ ਰਾਹੀਆਂ ਨੂੰ, ਪੰਜਾਬ ਦੀ ਗੱਲ ਕਰਦਾ, ਜਿੱਥੇ ਥਾਂ ਥਾਂ ਖਤਰਾ ਰਾਹੀਆਂ ਨੂੰ, ਕੁੱਟ ਪੈਂਦੀ ਐ ਨਾਰਾਈਆਂ ਨੂੰ, ਲਾਲਚ ਬਸ ਮਾਂ ਦੀਆਂ ਜਾਈਆਂ ਨੂੰ, ਬੁੱਢਿਆਂ ਨਾ ਵਰੀਏ, ਮਾਣ ਪੰਜਾਬੀ ਹੋਣ ਦਾ ਤੂੰ ਦੱਸ ਕਿੱਦਾਂ ਕਰੀਏ। ਕੀ ਮਾਣ ਹੈ ਥਾਂ ਥਾਂ ਡੇਰਿਆਂ ਦਾ, ਡੇਰਿਆਂ ਵਿੱਚ ਵੱਧਦੇ ਨੇਰਿਆਂ ਦਾ, ਢਿੱਡ ਭਰਦੇ ਰਹੀਏ ਜਠੇਰਿਆਂ ਦਾ, ਖੁਦ ਭੁੱਖੇ ਮਰੀਏ, ਮਾਣ ਪੰਜਾਬੀ ਹੋਣ ਦਾ ਤੂੰ ਦੱਸ ਕਿੱਦਾਂ ਕਰੀਏ। ਜਿੱਥੇ ਨਸ਼ੇ ਗ੍ਰੰਥੀ ਕਰਦੇ ਨੇ, ਘੁੱਟ ਲਾ ਕੇ ਬਾਣੀ ਪੜ੍ਹਦੇ ਨੇ, ਪੈਸਿਆਂ ਲਈ ਲੜ ਲੜ ਮਰਦੇ ਨੇ, ਜੋ ਅੱਗੇ ਧਰੀਏ, ਮਾਣ ਪੰਜਾਬੀ ਹੋਣ ਦਾ ਤੂੰ ਦੱਸ ਕਿੱਦਾਂ ਕਰੀਏ। ਕੀ ਮਾਣ ਹੈ ਥਾਂ ਥਾਂ ਲੁੱਟਾਂ ਦਾ, ਧਰਨਿਆਂ ਵਿੱਚ ਪੈਂਦੀਆਂ ਕੁੱਟਾਂ ਦਾ, ਜ਼ਹਿਰੀ ਪਾਣੀ ਦੇ ਘੁੱਟਾਂ ਦਾ, ਜਿਹੜੇ ਨਿੱਤ ਭਰੀਏ, ਮਾਣ ਪੰਜਾਬੀ ਹੋਣ ਦਾ ਹੁਣ ਕਿੱਦਾਂ ਕਰੀਏ। ਜਿੱਥੇ ਬਚਪਨ ਰੁਲਦਾ ਕੰਮਾਂ 'ਤੇ, ਵਿਕ ਰਹੀ ਜਵਾਨੀ ਦੰਮਾਂ 'ਤੇ, ਜ਼ਰ ਆਵੇ ਬਾਪੂ ਅੰਮਾਂ 'ਤੇ, ਉਹਨੂੰ ਘਰੇ ਨਜ਼ਰੀਏ, ਮਾਣ ਪੰਜਾਬੀ ਹੋਣ ਦਾ ਹੁਣ ਕਿੱਦਾਂ ਕਰੀਏ। ਜਿੱਥੇ ਜੀਂਦੇ ਜੀ ਹੀ ਮੁਰਦੇ ਕਈ, ਜਿੱਥੇ ਬਿਨਾਈ ਤੋਂ ਤੁਰਦੇ ਕਈ, ਜਿੱਥੇ ਡਾਕਟਰ ਵੇਚਣ ਗੁਰਦੇ ਕਈ, ਗੱਲਾਂ ਸੁਣ ਡਰੀਏ, ਮਾਣ ਪੰਜਾਬੀ ਹੋਣ ਦਾ ਹੁਣ ਕਿੱਦਾਂ ਕਰੀਏ। ਜਿੱਥੇ ਹਾਕਮ ਵੱਢੀਆਂ ਖਾਂਦੇ ਨੇ ਅਤੇ ਘਪਲੇ ਰੋਜ਼ ਕਰਾਉਂਦੇ ਨੇ, ਜਨਤਾ ਨੂੰ ਲਾਰੇ ਲਾਉਂਦੇ ਨੇ, ਡੁੱਬੀਏ ਜਾਂ ਤਰੀਏ, ਮਾਣ ਪੰਜਾਬੀ ਹੋਣ ਦਾ ਹੁਣ ਕਿੱਦਾਂ ਕਰੀਏ। ਜਿੱਥੇ ਫਸਲਾਂ ਵਿੱਚ ਜ਼ਹਿਰਾਂ ਰਚੀਆਂ, ਅੰਨਦਾਤੇ ਕਰਦੇ ਖੁਦਕਸ਼ੀਆਂ, ਨੈਤਿਕਤਾ ਖਾਂਦੀ ਹੈ ਗਸ਼ੀਆਂ, ਤੱਕ ਕੇ ਨਜ਼ਰੀਏ, ਮਾਣ ਪੰਜਾਬੀ ਹੋਣ ਦਾ ਤੂੰ ਦੱਸ ਕਿੱਦਾਂ ਕਰੀਏ। ਜਿੱਥੇ ਤਾਣੀ ਉਲਝੀ ਪਈ ਸਾਰੀ ਅਤੇ ਭ੍ਰਿਸ਼ਟ ਹੋਈ ਪੱਤਰਕਾਰੀ, ਨਾਰੀ ਨੂੰ ਮਾਰੇ ਨਾਰੀ, ਹਾਏ ਨੀ ਅਮੜੀਏ, ਮਾਣ ਪੰਜਾਬੀ ਹੋਣ ਦਾ ਤੂੰ ਦੱਸ ਕਿੱਦਾਂ ਕਰੀਏ। ਜਿੱਥੇ ਪੁੱਤਰ ਪਿਓ ਦੀ ਜਰਦਾ ਨਹੀਂ, ਜਿੱਥੇ ਕੰਮ ਪੰਜਾਬੀ ਕਰਦਾ ਨਹੀਂ, ਜਿੱਥੇ ਭਈਆਂ ਤੋਂ ਬਿਨ ਸਰਦਾ ਨਹੀਂ, ਆਕੜ ਕੀ ਕਰੀਏ, ਮਾਣ ਪੰਜਾਬੀ ਹੋਣ ਦਾ ਦੱਸ ਕਿੱਦਾਂ ਕਰੀਏ। ਆਖਰੀ ਹੈ ਜੀ, ਜਿੱਥੇ ਨੇਤਾ ਵਿਕਦੇ ਕੁਰਸੀ ਲਈ, ਜਿੱਥੇ ਨੇਤਾ ਵਿਕਦੇ ਕੁਰਸੀ ਲਈ, ਜਿੱਥੇ ਲਾਲਾਂ ਸਿੱਟਦੇ ਕੁਰਸੀ ਲਈ, ਜਿੱਥੇ ਰੋਂਦੇ ਪਿੱਟਦੇ ਕੁਰਸੀ ਲਈ, ਜਿੱਥੇ ਪੈਰੀ ਲਿਟਦੇ ਕੁਰਸੀ ਲਈ, ਵੱਡੇ ਅੰਬਰਸਰੀਏ, ਮਾਣ ਪੰਜਾਬੀ ਹੋਣ ਦਾ ਤੂੰ ਦੱਸ ਕਿੱਦਾਂ ਕਰੀਏ, ਮਾਣ ਪੰਜਾਬੀ ਹੋਣ ਦਾ ਤੂੰ ਦੱਸ ਕਿੱਦਾਂ ਕਰੀਏ। ਕਿਆ ਬਾਤ ਹੈ, ਬਹੁਤ ਖੂਬ, ਬਹੁਤ ਖੂਬਸੂਰਤ ਕਵਿਤਾ, ਕੱਲੀ ਕੱਲੀ ਕਵਿਤਾ ਇੱਕ ਸੋਨੇ ਦੀਆਂ ਤਾਰਾਂ ਵਿੱਚ ਪਰੋਣ ਵਾਲੀ ਕਵਿਤਾ, ਔਰ ਹਰ ਕਵਿਤਾ ਦੇ ਵਿੱਚ ਇੱਕ ਇੱਦਾਂ ਦਾ ਸੁਨੇਹਾ ਹੈ ਜਿਹੜਾ ਹਰ ਪੰਜਾਬੀ ਦੀ ਜ਼ੁਬਾਨ 'ਤੇ ਔਰ ਹਰ ਪੰਜਾਬੀ ਦੇ ਦਿਮਾਗ ਵਿੱਚ ਹੋਣਾ ਚਾਹੀਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਅੱਗੇ ਵਧੀਏ, ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਜਾਂ ਪੰਜਾਬੀਅਤ ਦੇ ਵਿੱਚ ਪ੍ਰਫੁੱਲਤਾ ਆਵੇ, ਤਾਂ ਇਹੋ ਜਿਹੀਆਂ ਕਵਿਤਾਵਾਂ ਸਾਨੂੰ ਸੁਣਨੀਆਂ ਚਾਹੀਦੀਆਂ, ਸੁਣਾਉਣੀਆਂ ਚਾਹੀਦੀਆਂ ਔਰ ਸਹਿਲਾਉਣੀਆਂ ਚਾਹੀਦੀਆਂ। ਕਵਿਤਾ ਉਹੀ ਆ ਜਿਹੜੀ ਤੁਹਾਡੇ ਦਿਲ ਤੱਕ ਉਤਰ ਜਾਏ। ਜਿੰਨੀਆਂ ਵੀ ਕਵਿਤਾਵਾਂ ਸੰਘਾ ਸਾਹਿਬ ਨੇ ਹਾਲੇ ਤੱਕ ਪੜ੍ਹੀਆਂ, ਔਰ ਉਹ ਸਾਰੀਆਂ ਦੇ ਵਿੱਚ ਇੱਕ ਵੱਖਰੇ ਤਰ੍ਹਾਂ, ਬਲਕਿ ਤਾਂ ਹਰ ਮਿਸਰੇ ਵਿੱਚ ਇੱਕ ਮੈਸੇਜ ਆ, ਇੱਕ ਗੱਲ ਆ ਜਿਹੜੀ ਸਾਨੂੰ ਟੁੰਬਦੀ ਆ, ਸਾਨੂੰ ਕਹਿੰਦੀ ਆ ਕਿ ਇਹਨੂੰ ਦੇਖੋ ਆ ਕੀ ਹੋ ਰਿਹਾ, ਇਹਨੂੰ ਸੁਧਾਰੋ ਆ ਗਲਤ ਹੋ ਰਿਹਾ। ਦੂਜੇ ਲਫ਼ਜ਼ ਕਹੀਏ, ਸਾਨੂੰ ਲਾਹਨਤ ਪਾਉਣ ਵਾਲੀ ਗੱਲ ਕੀ ਹੈ ਵੀ ਤੁਸੀਂ ਆਪਣੇ ਆਪ ਨੂੰ ਆਹ ਕਹਾਉਂਦੇ ਆ ਕਰਦੇ ਆ। ਸਾਨੂੰ ਆਪਣੇ ਆਪ ਨੂੰ ਸ਼ਰਮਿੰਦਾ ਹੋਣ ਦੇ ਬਜਾਏ ਉਹਨਾਂ ਗੱਲਾਂ ਤੋਂ ਸਿੱਖਣਾ ਚਾਹੀਦਾ ਹੈ, ਕਿਉਂਕਿ ਅਸੀਂ ਇਹੋ ਜਿਹੇ ਮਿੱਟੀ ਦੇ ਬਣੇ ਆ
ਅਸੀਂ ਸੁਣ ਕੇ ਅਣਸੁਣੀ ਕਰਨ ਨੂੰ ਬਹੁਤ ਪਹਿਲ ਦੇ ਜਾਂਦੇ ਸੀ। ਛੱਡੋ ਜੀ, ਇਹ ਤਾਂ ਉਹਦੀ ਕਹਾਣੀ ਹੋਣੀ ਆ। ਕਹਾਣੀ ਹਰ ਇੱਕ ਦੀ ਉਹੀ ਹੁੰਦੀ ਹੈ, ਲੇਕਿਨ ਆਪਣੇ ਥੱਲੇ ਜਿੱਦਾਂ ਪੀੜ੍ਹੀ ਥੱਲੇ ਸੋਟਾ ਫੇਰਨ ਵਾਲੀ ਗੱਲ ਉਹ ਪਹਿਲਾਂ ਕੀਤੀ ਸੀ, ਉਹੀ ਟੁਕਦੀ ਹੈ। ਆਪਾਂ ਹਰ ਗੱਲ ਤੋਂ ਕੁਛ ਨਾ ਕੁਛ ਸਿੱਖਣਾ ਹੁੰਦਾ। ਇਸ ਪ੍ਰੋਗਰਾਮ ਵਿੱਚ ਜਿਹੜੇ ਵੀ ਗੈਸਟ ਆਉਂਦੇ ਆ, ਸਪੈਸ਼ਲ ਗੈਸਟ ਦੇ ਪ੍ਰੋਗਰਾਮ ਦੇ ਵਿੱਚ, ਉਹ ਸਾਰੇ ਖਾਸ ਲੋਕ ਨੇ। ਸੰਘਾ ਸਾਹਿਬ ਤਾਂ ਬਹੁਤ ਸਾਰੀਆਂ ਗੱਲਾਂ ਕਰਕੇ ਖਾਸ ਨੇ, ਪਰ ਹਰ ਇੱਕ ਗੈਸਟ ਇੱਕ ਖਾਸ ਅਹਿਮੀਅਤ ਰੱਖਦਾ ਹੈ ਜਿਹੜਾ ਸਾਡੇ ਸਟੂਡੀਓ 'ਚ ਆਉਂਦਾ ਹੈ। ਹਰ ਇੱਕ ਦੀ ਗੱਲ ਨੂੰ ਸੁਣਨਾ ਔਰ ਉਹਦੀ ਗੱਲ ਦੇ ਵਿੱਚੋਂ ਕੋਈ ਨਾ ਕੋਈ ਮਤਲਬ ਕੱਢਣਾ ਕਿ ਉਹ ਕਹਿਣਾ ਕੀ ਚਾਹੁੰਦਾ, ਕਿਉਂਕਿ ਕੋਈ ਵੀ ਖਾਸ ਉਹਨਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਉਹਦੇ 'ਚ ਕੋਈ ਖਾਸੀਅਤ ਨਾ ਹੋਵੇ। ਔਰ ਅਸੀਂ ਹਰ ਉਸ ਸ਼ਖਸ ਨੂੰ ਬੁਲਾਉਂਦੇ ਹਾਂ ਔਰ ਬੁਲਾਉਣਾ ਚਾਹੁੰਦੇ ਹਾਂ ਜਿਹਦੇ ਵਿੱਚ ਕੋਈ ਨਾ ਕੋਈ ਖਾਸੀਅਤ ਹੈ। ਅਗਰ ਮੇਰੀ ਕਿਸੇ ਸੱਜਣ ਤੱਕ ਪਹੁੰਚ ਨਹੀਂ ਹੈ ਅਤੇ ਅਗਰ ਕੋਈ ਸ਼ਾਇਰ ਜਾਂ ਗਾਇਕ ਜਾਂ ਕੋਈ ਗੀਤਕਾਰ ਜਾਂ ਕੋਈ ਸਮਾਜਿਕ ਸੇਵਕ, ਪੋਲੀਟੀਸ਼ੀਅਨ, ਅਗਰ ਉਹ ਚਾਹੁੰਦਾ ਕਿ ਉਹ ਸਾਡੇ ਇਸ ਸ਼ੋਅ ਵਿੱਚ ਸ਼ੋਭਾ ਵਧਾਉਣ 'ਚ ਆਪਣਾ ਹੱਕ ਅਦਾ ਕਰ ਸਕਦਾ, ਆਪਣਾ ਪਾਰਟ ਪਲੇ ਕਰ ਸਕਦਾ, ਤਾਂ ਮੇਰੀ ਗੁਜ਼ਾਰਿਸ਼ ਹੈ ਉਹਨਾਂ ਨੂੰ ਕਿ ਉਹ ਜ਼ਰੂਰ ਆ ਕੇ ਕਾਂਸ਼ੀ ਟੀਵੀ ਨੂੰ ਫੋਨ ਕਰ ਸਕਦੇ, ਜਾਂ ਮੈਨੂੰ ਪਰਸਨਲੀ ਮਿਲ ਸਕਦੇ, ਜਾਂ ਜਿੰਨੇ ਵੀ ਗੈਸਟ ਇੱਥੇ ਆ ਚੁੱਕੇ ਆ ਉਹ ਕਿਸੇ ਨੂੰ ਵੀ ਮਿਲ ਕੇ ਆਪਣਾ ਉਹਨੂੰ ਮੇਰਾ ਨੰਬਰ ਲੈ ਸਕਦੇ ਆ, ਤਾਂ ਉਹ ਮੇਰੇ ਤੱਕ ਅਪਰੋਚ ਕਰਕੇ ਆਪਾਂ ਉਹਨਾਂ ਨੂੰ ਵੀ ਬੁਲਾਵਾਂਗੇ। ਅਤੇ ਸੰਘਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਕਈ ਵਾਰੀ ਸੋਚਦਾ ਵੀ ਇੰਗਲੈਂਡ ਦੇ ਵਿੱਚ ਮੁਸ਼ਾਇਰੇ ਘੱਟ ਹੁੰਦੇ ਆ ਜਾਂ ਜਿਹੜੇ ਹੁੰਦੇ ਆ ਕਿੰਨੀ ਕੁ ਤਾਦਾਦ ਹੁੰਦੀ ਹੋਗੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋਏ ਮੁਸ਼ਾਇਰਿਆਂ ਵਿੱਚ? ਐਕਚੁਅਲੀ ਇੰਨੇ ਨਹੀਂ ਹੁੰਦੇ ਜਿੰਨੇ ਹੋਣੇ ਚਾਹੀਦੇ ਆ, ਪਰ ਦੁੱਖ ਦੀ ਗੱਲ ਇਹ ਆ ਜਿਹੜੇ ਹੁੰਦੇ ਵੀ ਆ ਉਹ ਸਾਂਝੀਵਾਲਤਾ ਵਾਲੀ ਕੋਈ ਗੱਲ ਨਹੀਂ ਹੁੰਦੀ। ਉਹ ਆਪਣੇ ਆਪਣੇ ਚਾਰ ਉੱਥੇ ਬੈਠੇ ਆ, ਚਾਰ ਉੱਥੇ ਬੈਠੇ ਆ, ਚਾਰ ਉੱਥੇ ਬੈਠੇ ਆ। ਅੱਛਾ। ਉਹ ਆਪਣੇ ਆਪਣਾ ਗਰੁੱਪ ਦਾ ਆਪੇ ਹੀ ਕਵੀ ਦਰਬਾਰ ਸੱਦ ਕੇ ਆਪੇ ਹੀ ਕਵਿਤਾ ਇੱਕ ਦੂਜੇ ਨੂੰ ਸੁਣਾ ਲੈਂਦੇ ਆ। ਇੱਦਾਂ ਦੀ ਕੋਸ਼ਿਸ਼ ਨਹੀਂ ਹੁੰਦੀ ਵੀ ਆਮ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਸੱਦੀਏ। ਕਵੀਆਂ ਦਾ ਇਹ ਗਿਲਾ ਮੈਨੂੰ ਕਈ ਵਾਰੀ ਸੁਣਨ ਨੂੰ ਮਿਲਿਆ ਵੀ ਲੋਕ ਆਉਂਦੇ ਹੀ ਨਹੀਂ, ਉਹ ਕੋਈ ਇੱਦਾਂ ਆ ਇੱਦਾਂ। ਫਿਰ ਇਸ ਕੰਮ 'ਤੇ ਸਾਨੂੰ ਥੋੜ੍ਹੀ ਜਿਹੀ ਅਟੈਂਸ਼ਨ ਕਰਨੀ ਪਊਗੀ ਵੀ ਲੋਕਾਂ ਨੂੰ ਕਿੱਦਾਂ ਲਿਆਉਣਾ ਆ, ਪਰ ਉਹ ਅਸੀਂ ਨਹੀਂ ਕਰ ਰਹੇ ਮੇਰਾ ਖਿਆਲ ਆ। ਜੇ ਥੋੜ੍ਹਾ ਵਾਲਾ ਵੀ ਅਸੀਂ ਮਤਲਬ ਕਰੀਏ ਤਾਂ ਹੋ ਜਾਂਦਾ ਆ, ਕਿਉਂਕਿ ਮੈਂ ਪਿਛਲੇ 2 ਸਾਲ ਪਹਿਲਾਂ 1-2 ਪ੍ਰੋਗਰਾਮ ਕੋਸ਼ਿਸ਼ ਕੀਤੀ ਸੀਗੀ ਵੀ ਇਕੱਠੇ ਹੋ ਕੇ ਇਹ ਜਿਹੜੇ ਜਿੰਨੇ ਕਿ ਇੱਥੇ ਗਰੁੱਪ ਅਗਾਂਹ ਵਧੂ ਗਰੁੱਪ ਆ ਉਹ ਇਕੱਠੇ ਹੋ ਕੇ ਇੱਕ ਪ੍ਰੋਗਰਾਮ। ਅੱਛਾ, ਸੌਰੀ ਮੈਨੂੰ ਗੱਲ ਥੋੜ੍ਹੀ ਰੁਕਣੀ ਪੈਣੀ। ਇਹ ਕਵਿਤਾ ਮੈਂ ਜ਼ਰੂਰ ਤੁਹਾਡੇ ਹੋਰ ਸੁਣਨੀ ਚਾਹੁੰਦਾ। ਰਾਈਟ। ਅਤੇ ਆਪਾਂ ਕਿਉਂਕਿ ਆਪਣੇ ਮਿੰਟ ਰਹਿ ਗਏ 3 ਓਕੇ। ਅਤੇ ਜਿਹੜੀ ਤੁਸੀਂ ਛੋਟੀ ਜਿਹੀ ਸੁਣਾ ਦਿਓ ਕਵਿਤਾ, ਫਿਰ ਆਪਾਂ ਸਮਾਪਤ ਕਰੀਏ। ਕੋਈ ਪਰਟੀਕੁਲਰ ਤੁਸੀਂ ਨਹੀਂ, ਜੋ ਵੀ ਤੁਹਾਡੇ ਮਨਪਸੰਦ ਹੈਗੀ ਹੈ, ਕਿਉਂਕਿ ਆਪਾਂ ਕਵਿਤਾ ਨਾਲ ਆਪਾਂ ਇੱਕ ਜਦੋਂ ਅਸੀਂ ਸਮਾਜ ਸੇਵੀ ਕੰਮ ਸ਼ੁਰੂ ਕੀਤੇ ਹੈ ਨਾ, ਮੈਨੂੰ ਇੱਦਾਂ ਲੱਗਦਾ ਸੀ ਵੀ ਹਰ ਇੱਕ ਪਿੰਡ ਜਿਹੜਾ ਉਹ ਆਪਣੇ ਪੇਂਡੂਆਂ ਜਿਹੜੇ ਪਿੰਡ ਦੇ ਵਾਸੀ ਬਾਹਰ ਗਏ ਸੀ ਹੈ ਨਾ, ਉਹਨਾਂ ਨੂੰ ਇੱਕ ਟੈਲੀਫੋਨ ਕਰਦਾ। ਚਲੋ ਕਰਾਓ, ਠੀਕ ਹੈ। ਹੈਲੋ ਹੈਲੋ ਹੈਲੋ, ਮੈਂ ਸਹਾਰਾ ਟੋਲਦਾ, ਸੁਣਿਆ ਕਿ ਨਹੀਂ ਮੈਂ ਤੁਹਾਡਾ ਪਿੰਡ ਬੋਲਦਾ। ਚੜ੍ਹੇ ਨਾ ਖੁਮਾਰੀ ਕਿੱਥੋਂ ਆਉਣਾ ਲੋਰਾਂ ਨੇ, ਲੁੱਟ ਖਾਧਾ ਮੈਨੂੰ ਜੀ ਮੁਨਾਫੇ ਖੋਰਾਂ ਨੇ। ਹਾਂ। ਮੇਰੇ ਨਾਲ ਗੱਲਾਂ ਹੋਈਆਂ ਅਨਹੋਣੀਆਂ, ਆਸੇ ਪਾਸੇ ਕੱਟ ਦਿੱਤੀਆਂ ਕਲੋਨੀਆਂ, ਹੁਲੀਆ ਵਿਗਾੜਿਆ ਹੁਸਨ ਚੋਰਾਂ ਨੇ, ਲੁੱਟ ਖਾਧਾ ਮੈਨੂੰ ਜੀ ਮੁਨਾਫੇ ਖੋਰਾਂ ਨੇ। ਬੰਦਿਆ ਅਗਰ ਤੂੰ ਵਧਾਉਂਦਾ ਭੁੱਖ ਨਾ, ਕੱਟਦਾ ਕੋਈ ਵੀ ਹਰੇ ਭਰੇ ਰੁੱਖ ਨਾ, ਬੋੜਾਂ ਤੋਂ ਬਗੈਰ ਕਿੱਥੇ ਬਹਿਣਾ ਮੋਰਾਂ ਨੇ, ਲੁੱਟ ਖਾਧਾ ਮੈਨੂੰ ਜੀ ਮੁਨਾਫੇ ਖੋਰਾਂ ਨੇ। ਦੋਨੇ ਅਤੇ ਵੇਟ ਨਾਲ ਕਰਾਂ ਰੰਜ ਕੀ, ਅੱਗ ਲਾ ਕੇ ਬੰਜਰ ਬਣਾਤੀ ਮੰਜ ਕੀ, ਅੰਨ੍ਹੇਵਾਹ ਦਵਾਈਆਂ ਪਾ ਡੰਗਰ ਢੋਰਾਂ ਨੇ, ਲੁੱਟ ਖਾਧਾ ਮੈਨੂੰ ਜੀ ਮੁਨਾਫੇ ਖੋਰਾਂ ਨੇ। ਸੱਚੀ ਗੱਲ ਗੁਰੂ ਘਰੀ ਕਹਿਣ ਦਿੰਦੇ ਨਹੀਂ, ਬਾਣੀ ਦੀ ਸਮਝ ਜਰਾ ਪੈਣ ਦਿੰਦੇ ਨਹੀਂ, ਸਹਿਜ ਤਾਂ ਗਵਾ ਲਈ ਰੇੜੀ ਉਹਦੇ ਸ਼ੋਰਾਂ ਨੇ, ਲੁੱਟ ਖਾਧਾ ਮੈਨੂੰ ਜੀ ਮੁਨਾਫੇ ਖੋਰਾਂ ਨੇ। ਖੋਲ ਖੋਲ ਡੱਟ ਚੰਦਰੀ ਸ਼ਰਾਬ ਦੇ, ਤੀਲੇ ਵਾਂਗ ਕੀਤੇ ਗੱਭਰੂ ਪੰਜਾਬ ਦੇ, ਕਿੱਥੇ ਗਈ ਮਟਕ ਰੋਣਾ ਰੋਇਆ ਮੋਰਾਂ ਨੇ, ਲੁੱਟ ਖਾਧਾ ਮੈਨੂੰ ਜੀ ਮੁਨਾਫੇ ਖੋਰਾਂ ਨੇ। ਪਿੱਪਲ ਤੇ ਬੋੜ ਟਾਹਲੀਆਂ ਵੀ ਰੋਂਦੀਆਂ, ਕਿੱਕਰਾਂ ਤਾਂ ਹੁਣ ਮੀਡੀਆਂ ਨੇ ਖੋਹਦੀਆਂ,
ਡਰੀਏ ਉਗਣ ਤੋਂ ਸੀ ਕਿਹਾ ਥੋਰਾਂ ਨੇ, ਲੁੱਟ ਖਾਦਾ ਮੈਨੂੰ ਜੀ ਮੁਨਾਫੇ ਖੋਰਾਂ ਨੇ, ਝੋਲੀ ਅੱਡੀ ਖੜਾ ਆ ਕੇ ਖੈਰ ਪਾ ਦਿਓ। ਪਿੰਡ ਕਹਿੰਦਾ ਜੀ NRIਆਂ ਨੂੰ, ਝੋਲੀ ਅੱਡੀ ਖੜਾ ਆ ਕੇ ਖੈਰ ਪਾ ਦਿਓ, ਖੂਹਾਂ ਉੱਤੇ ਰੱਬ ਮੁੜ ਕੇ ਵਸਾ ਦਿਓ, ਮੁੱਕ ਜੂਗਾ ਪਾਣੀ ਬੰਦ ਹੋਣਾ ਬੋਰਾਂ ਨੇ, ਲੁੱਟ ਖਾਦਾ ਮੈਨੂੰ ਜੀ ਮੁਨਾਫੇ ਖੋਰਾਂ ਨੇ। ਸੁਣਦਾ ਨਹੀਂ ਕੋਈ ਇੱਥੇ ਦੇਸੀ ਵੀਰ ਨੂੰ, ਹਾੜਾ ਹੀ ਬਚਾ ਲਓ ਪਰਦੇਸੀ ਵੀਰ ਨੂੰ, ਕਰਨਾ ਅਸਰ ਤੁਹਾਡੀਆਂ ਟਕੋਰਾਂ ਨੇ, ਲੁੱਟ ਖਾਦਾ ਮੈਨੂੰ ਜੀ ਮੁਨਾਫੇ ਖੋਰਾਂ ਨੇ। ਸੰਘੇ ਖਾਲਸਾ ਦੇ ਕੀਤੇ ਕੰਮ ਦੇਖ ਲਓ ਤੇ ਕਰਦੀਆਂ ਹਵਾਵਾਂ ਝੰਮ ਝੰਮ ਦੇਖ ਲਓ, ਦੇਖ ਸ਼ੁਰੂ ਕੀਤਾ ਕੰਮ ਕਈਆਂ ਹੋਰਾਂ ਨੇ, ਲੁੱਟ ਖਾਦਾ ਮੈਨੂੰ ਜੀ ਮੁਨਾਫੇ ਖੋਰਾਂ ਨੇ। ਕਹਿੰਦਾ ਬੇਨਤੀ ਹੈ ਮੇਰੀ ਗਮਟਾਲੇ ਵਾਲਿਓ ਤੇ ਕੰਨ ਲਾ ਕੇ ਸੁਣ ਲਓ ਭਗਾਲੇ ਵਾਲਿਓ, ਹੁਣ ਤਾਂ ਤੁਹਾਡੇ ਹੱਥਾਂ ਵਿੱਚ ਡੋਰਾਂ ਨੇ, ਲੁੱਟ ਖਾਦਾ ਮੈਨੂੰ ਜੀ ਮੁਨਾਫੇ ਖੋਰਾਂ ਨੇ, ਲੁੱਟ ਖਾਦਾ ਮੈਨੂੰ ਜੀ। ਪਿੰਡ ਵੱਲੋਂ NRIਆਂ ਨੂੰ ਇਹ ਬੇਨਤੀ ਆ, ਹੁਣ NRIਆਂ ਨੇ ਬੇਨਤੀ ਸੁਣਨੀ ਆ ਜਾਂ ਨਹੀਂ ਸੁਣਨੀ ਆਪਦੇ ਪਿੰਡ ਦੀ। ਮੈਂ ਮਹਿਸੂਸ ਕਰਦਾ ਵੀ ਆਪਣੇ ਆਪਣੇ ਪਿੰਡ ਦੇ ਵਿੱਚ ਕੁਛ ਨਾ ਕੁਛ ਚੰਗਾ ਜ਼ਰੂਰ ਕਰੋ। ਸੰਘਾ ਸਾਹਿਬ ਜੀ 15 ਸਕਿੰਟਾਂ ਵਿੱਚ ਤੁਸੀਂ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਤਾਂ ਜ਼ਰੂਰ ਦਿਓ। ਮੈਂ ਕਾਂਸ਼ੀ TV ਦੇ ਦਰਸ਼ਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਵੀ ਆਪਣੇ ਆਪਣੇ ਪਿੰਡ ਜਿਹੜੇ ਆਪਣੇ ਪਿੱਛੇ ਰਹਿ ਗਏ ਭੈਣ ਭਾਈ, ਉਹਨਾਂ ਦੀ ਮਦਦ ਕਰਨਾ ਨਾ ਭੁੱਲੋ। ਗੰਦੇ ਪਾਣੀ ਦੇ ਨਿਕਾਸ ਉੱਤੇ ਕੰਮ ਜ਼ਰੂਰ ਕਰੋ ਤਾਂ ਕਿ ਉਹ ਬਿਮਾਰੀਆਂ ਤੋਂ ਬਚੇ ਰਹਿਣ। ਥੈਂਕ ਯੂ ਵੈਰੀ ਮਚ ਸੰਘਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੀ ਬੇਨਤੀ ਨੂੰ ਕਬੂਲ ਕਰਕੇ ਤੁਸੀਂ ਅੱਜ ਪਧਾਰੇ। ਅੱਜ ਦੇ ਪ੍ਰੋਗਰਾਮ ਵਿੱਚ ਸਿਰਫ ਇਕੱਲੀ ਪੋਇਟਰੀ ਨਹੀਂ ਸੀ, ਕੋਈ ਸ਼ਾਇਰੀ ਨਹੀਂ ਸੀ, ਹੋਰ ਬਹੁਤ ਵਧੀਆ ਵਿਚਾਰ ਵੀ ਹੋਏ। ਨਰਮਦ ਸੰਘਾ ਜੀ ਇੱਕ ਖਾਸ ਸ਼ਖਸੀਅਤ, ਮੈਂ ਉਹਨਾਂ ਦਾ ਆਪਣੇ ਵੱਲੋਂ ਕਾਂਸ਼ੀ TV ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਕੇ ਅੱਜ ਆਏ। ਔਰ ਮੈਂ ਟੈਕਨੀਸ਼ੀਅਨਸ ਦਾ, ਤੁਹਾਡਾ ਸਰੋਤਿਆਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਬਾਕੀ ਆਪਾਂ ਮਿਲਾਂਗੇ ਅਗਲੇ ਵੈਨਸਡੇ ਜਾਂ ਅਗਲੇ ਟਾਈਮ, ਅਤੇ ਮੈਨੂੰ ਦਿਓ ਇਜਾਜ਼ਤ। ਜੈ ਭੀਮ, ਜੈ ਗੁਰਦੇਵ, ਸਤਿ ਸ਼੍ਰੀ ਅਕਾਲ।